ਚਾਈਨਾ ਨੇ ਕੁਝ ਦੇਣ ਲਈ ਆਪਣਾ ਸਾਰਾ ਸਿਸਟਮ ਸਪੋਰਟਸ ਦੀ ਪਾਰਟਿਸਿਪੇਸ਼ਨ ਵੀ ਬੰਦ ਕਰਤੀ ਸੀ ਤੇ ਜੇ ਆਪਾਂ ਸਿਰਫ ਖੇਡਾਂ ਪੈਸੇ ਖਾਣ ਲਈ ਕਰਾਉਣੀਆਂ ਆ ਜਾਂ ਕਿਸੇ ਖੇਡਾਂ ਹੁੰਦੀਆਂ ਕੋਈ ਉਹਨੂੰ ਦੇਖੇ ਵੀ ਨਾ। ਮੈਂ ਤਾਂ ਬੜੀ ਵਾਰੀ ਦੇਖਿਆ ਕਿ ਤੁਸੀਂ ਗੈਸਟ ਬੁਲਾ ਲੈਂਦੇ ਆ, ਗੈਸਟ ਸੋਫਿਆਂ ਤੇ ਬੈਠਾ, ਉਧਰ ਰੇਸ ਚੱਲ ਰਹੀ ਆ ਤੇ ਰੇਸ ਕੋਈ ਦੇਖ ਨਹੀਂ ਰਿਹਾ ਤੇ ਉਹ ਆਪਸ ਵਿੱਚ ਗੱਲਾਂ ਕਰ ਰਹੇ ਆ ਤੇ ਨਿਊਜ਼ਪੇਪਰਾਂ ਦੇ ਵਿੱਚ ਵੀ ਜਿਹੜੀ ਫੋਟੋ ਲੱਗਦੀ ਆ ਉਹ ਓਪਨਿੰਗ ਦੀ ਲੱਗ ਜਾਂਦੀ, ਕਲੋਜ਼ਿੰਗ ਦੀ ਲੱਗ ਜਾਂਦੀ। ਖੇਡਾਂ ਵਾਲੇ ਬੱਚਿਆਂ ਦੀ ਕਿੰਨੀਆਂ ਫੋਟੋਆਂ ਲੱਗਦੀਆਂ। ਸਹੀ ਗੱਲ ਹੈ। ਲਕੀਰ ਦੇ ਫਕੀਰ ਆ ਤੇ ਜੇ ਕਾਲੇ ਕੁੱਤੇ ਨੂੰ ਰੋਟੀ ਪਾਉਣੀ ਹੈ ਤੇ ਕਾਲੇ ਨੂੰ ਹੀ ਪਾਉਣੀ ਆ। ਹਾਂ, ਦੂਜਾ ਭਾਵੇਂ ਮਰ ਜਾਵੇ, ਤੁਹਾਡੇ ਬੰਦਾ ਮਰ ਜਾਵੇ ਤੁਹਾਡੇ ਸਾਹਮਣੇ। ਕਿਸੇ ਦਿਨ ਆਪਣੇ ਹੈਪੀਨੈਸ ਇੰਡੈਕਸ ਨੂੰ ਤਾਂ ਦੇਖਿਓ ਕਿ ਇੰਡੀਆ ਦਾ ਹੈਪੀਨੈਸ ਇੰਡੈਕਸ ਕਿੰਨਾ ਹੈ। ਜੀ ਜੀ, ਉਹ ਪਾਕਿਸਤਾਨ ਤੋਂ ਵੀ ਥੱਲੇ ਆ ਚੁੱਕਾ ਆ। ਸਾਡੇ 'ਚ ਨਫ਼ਰਤ ਪੈਦਾ ਹੋ ਗਈ ਹੈ ਇੱਕ ਦੂਜੇ ਦੇ ਲਈ। ਜਿਵੇਂ ਹਰੇਕ ਕਹਿੰਦਾ ਕਿ ਮੈਂ ਹਸਪੀਟਲ ਖੋਲ ਦਵਾਂ, ਇਹ ਚੰਗੀ ਗੱਲ ਆ ਕਿ ਮਾੜੀ? ਇਹ ਮਾੜੀ ਗੱਲ ਹੀ ਆ, ਕਿਉਂਕਿ ਬਿਮਾਰ ਅਸੀਂ ਬਿਮਾਰ ਆ ਇੱਥੇ ਸਭ ਤੋਂ ਵੱਧ। ਤੇ ਮੈਂ ਕਿਹਾ ਤੁਸੀਂ ਇੱਕ ਪੋਜ਼ਿਟਿਵ ਚੀਜ਼ ਲਾਓ, ਤਾਂ ਤੁਸੀਂ ਗਰਾਊਂਡ ਬਣਾਓ ਤਾਂ ਕਿ ਬਿਮਾਰ ਹੋਈਏ ਨਾ। ਸਾਡੇ ਟੈਲੈਂਟ ਦੀ ਕਮੀ ਨਹੀਂ, ਸਾਡੇ ਅਜਾਇਬ ਘਰਾਂ ਦੇ ਵਿੱਚ ਚੀਜ਼ਾਂ ਭਰੀਆਂ ਪਈਆਂ, ਕਿਰਪਾਨਾਂ ਏਡੀਆਂ ਏਡੇ ਹਥਿਆਰ ਜਿਹੜੇ ਅੱਜ ਸੋਚਦੇ ਆ ਵੀ ਉਹ ਚੱਕਦੇ ਕਿੱਦਾਂ ਹੋਣਗੇ, ਅਸੀਂ ਹੁਣ ਸੋਚੀ ਜਾਂਦੇ। ਮੈਂ ਤਾਂ ਕਹਿੰਦਾ ਕਿ ਹੁਣ ਤਾਂ ਇਦਾਂ ਲੋਕ ਸੋਚਣ ਲੱਗ ਪਏ, ਜੇ ਕਿਸੇ ਨੂੰ ਮੈਂ ਕਹਿ ਦੇਵਾਂ ਨਾ ਮੈਂ ਬੱਸ ਸਟੈਂਡ ਤੋਂ 5 ਕਿਲੋਮੀਟਰ ਤੁਰ ਕੇ ਆਇਆ ਤੇ ਅੱਜ ਦੀ ਪੀੜ੍ਹੀ ਤਾਂ ਇਹ ਸੋਚਣ ਲੱਗ ਪੈਂਦੀ ਭਾਈ ਤੁਸੀਂ 5 ਕਿਲੋਮੀਟਰ ਤੁਰ ਕੇ ਕਿੱਦਾਂ ਆ ਗਏ। ਤੇ ਪੰਜਾਬ ਦੇ ਸਭ ਤੋਂ ਜ਼ਿਆਦਾ ਪਲੇਅਰ ਸੀ ਉਹਦੇ ਵਿੱਚ, ਹਾਕੀ ਦੇ ਵਿੱਚ, ਪਰ ਉਸ ਦੇ ਬਾਵਜੂਦ ਵੀ ਸਾਨੂੰ ਹਰ ਡਿਸਟ੍ਰਿਕਟ ਦੇ ਵਿੱਚ ਹਾਕੀ ਨਹੀਂ ਮਿਲ ਰਹੀ। ਪੰਜਾਬ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਦਰਸ਼ਕ ਐਥਲੈਟਿਕਸ ਦੇ ਵਿੱਚ ਸੀ ਓਲੰਪਿਕ ਦੇ ਵਿੱਚ, ਪਰ ਜੇ ਅਸੀਂ ਇੱਥੇ ਨੈਸ਼ਨਲ ਮੀਟ ਕਰਾਈਏ ਤੇ ਮੈਨੂੰ ਲੱਗਦਾ ਬੱਚਿਆਂ ਦੇ ਪੇਰੈਂਟਸ ਜਾਂ ਰਿਸ਼ਤੇਦਾਰ ਵੀ ਇਹਨੂੰ ਦੇਖਣ ਨਹੀਂ ਆਉਂਦੇ। ਆਪਣੇ ਇੰਡੀਆ 'ਚ ਹਰ ਤਰ੍ਹਾਂ ਦਾ ਮੌਸਮ ਆ, ਹਰ ਤਰ੍ਹਾਂ ਦੀ ਜਗ੍ਹਾ ਆ, ਹਰ ਤਰ੍ਹਾਂ ਤੇ ਗਰਾਊਂਡ ਆ। ਤੁਸੀਂ ਆਹ ਗਰਾਊਂਡ ਹੀ ਲਾ ਲਓ, ਸਾਡੇ ਗਰਾਊਂਡ ਇਹ ਪੂਰੇ ਦੁਆਬੇ 'ਚ ਇੱਕੋ ਹੀ ਗਰਾਊਂਡ ਆ, ਪਰ ਤੁਸੀਂ ਜਦੋਂ ਬਾਹਰਲੀਆਂ ਕੰਟਰੀਆਂ ਜਾ ਕੇ ਦੇਖਦੇ ਉਹਨਾਂ ਦੇ ਸਕੂਲਾਂ ਦੇ ਵਿੱਚ ਵੀ ਇਦਾਂ ਦੀਆਂ ਗਰਾਊਂਡਸ ਆ ਨਾ। ਫਿਰ ਸਾਨੂੰ ਚੰਗੇ ਹੋਸਟਲ ਚਾਹੀਦੇ, ਜਿਹੜਾ ਟੈਲੈਂਟ ਲੱਭ ਕੇ ਲਿਆਉਣਾ ਉਹਨੂੰ ਰੱਖਣ ਦੀ ਜਗ੍ਹਾ ਵੀ ਚਾਹੀਦੀ ਆ ਸਾਨੂੰ। ਕਦੀ ਕਿਸੇ ਸਾਡੇ ਬੰਦੇ ਨੇ ਹੋਰ ਭਾਵੇਂ ਜਿੰਨੀਆਂ ਮਰਜ਼ੀ ਹੜਤਾਲਾਂ ਕੀਤੀਆਂ, ਕਦੀ ਇਸ ਚੀਜ਼ ਤੇ ਹੜਤਾਲ ਨਹੀਂ ਕੀਤੀ ਕਿ ਸਪਰੇਅ ਘੱਟ ਛਿੜਕੋ, ਦੁੱਧ ਦੇ ਵਿੱਚ ਮਿਲਾਵਟ ਨਾ ਆਵੇ, ਮਠਿਆਈਆਂ ਦੇ ਵਿੱਚ ਮਿਲਾਵਟ ਨਾ ਆਵੇ, ਸਾਡੇ ਬੱਚਿਆਂ ਦੇ ਖਾਣੇ। ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ, ਉਹਨਾਂ ਦੀਆਂ ਕਹਾਣੀਆਂ ਜਦੋਂ ਉਹਨਾਂ ਨੂੰ ਪਤਾ ਹੀ ਨਹੀਂ, ਪਹਿਲੇ ਦਾਦੀਆਂ ਸੁਣਾਉਂਦੀਆਂ ਹੁੰਦੀਆਂ ਸੀ ਨਾ, ਤਾਂ ਹੁਣ ਦਾਦੀਆਂ ਵੀ ਸੀਰੀਅਲ ਤੋਂ ਵੇਲ ਨਹੀਂ ਗਾ ਦਾਦੀਆਂ ਨੂੰ ਕਿਸੇ ਨੂੰ। ਸਹੀ ਗੱਲ ਹੈ। ਸਾਨੂੰ ਤਾਂ ਕਈ ਵਾਰੀ ਜਦੋਂ ਇੰਟਰਨੈਸ਼ਨਲ ਜਾਈਦਾ, ਜੇ ਸਾਡਾ ਝੰਡਾ ਨਾ ਚੜੇ ਉੱਥੇ, ਅਸੀਂ ਮੈਡਲ ਨਾ ਜਿੱਤੀ ਤੇ ਰੋਣਾ ਹੁੰਦਾ ਕਿ ਸਾਡੀ ਪਹੁੰਚ ਸਿਰਫ ਤੇ ਸਿਰਫ ਚਾਹੇ ਖੇਡ ਦੇ ਜ਼ਰੀਏ ਚਾਹੇ ਸਿੱਖਿਆ ਦੇ ਜ਼ਰੀਏ ਨੌਕਰੀ ਲੈਣ ਤੱਕ ਰਹਿ ਗਈ ਹੈ। ਵੀ ਅਸੀਂ ਓਲੰਪੀਅਨ ਬਣ ਗਏ ਆ, ਅਸੀਂ ਜਿੱਤੀਏ ਚਾਹੇ ਨਾ ਜਿੱਤੀਏ, ਸਾਨੂੰ ਘੱਟੋ ਘੱਟ ਕੋਈ ਸਰਕਾਰੀ ਨੌਕਰੀ ਮਿਲ ਜੂਗੀ। ਤੇ ਉਦੋਂ ਕਾਰ ਵੱਡੀ ਹੋਣੀ ਚਾਹੀਦੀ ਆ, ਸਾਡੇ ਕੋਲ ਇਹ ਚੀਜ਼ ਵੱਡੀ ਹੋਣੀ ਚਾਹੀਦੀ ਆ। ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਸਾਡਾ ਜੀਨਸ ਵਧੀਆ ਹੋਣਾ ਚਾਹੀਦਾ? ਤੁਸੀਂ ਕੋਠੀਆਂ ਕਾਰਾਂ ਦੇ ਜਾਓਗੇ, ਇਹ ਉਹਨੂੰ ਸ਼ੂਗਰ, BP ਜਾਂ ਹੋਰ ਬਿਮਾਰੀਆਂ ਹੋਣਗੀਆਂ ਤੇ ਕਿੱਥੋਂ ਤਰੱਕੀ ਕਰ ਜੂਗੇ? ਇੱਕ ਸਵਸਥ ਬੰਦਾ ਹੀ ਆਪਣੇ ਜੀਵਨ ਨੂੰ ਸਹੀ ਤਰ੍ਹਾਂ ਜੀਂਦਾ। ਅਰਸ਼ਦ ਨਦੀਮ ਵਾਲਾ ਵੇਟ ਹੁਣ ਸਾਨੂੰ ਦਿਖਾ ਕੇ ਕਹਿਣ ਤੁਸੀਂ ਕਿ ਉਹ ਸਹੂਲਤਾਂ ਮੰਗਦੇ ਆ, ਜੇ ਨਦੀਮ ਲੈ ਆਇਆ ਤੇ ਬਾਕੀ ਵੀ ਲੈ ਆਉਣਗੇ, ਹਨਾ? ਸਾਰੀਆਂ ਸਹੂਲਤਾਂ ਖੋਲਣਗੇ ਕਿ ਤੁਸੀਂ ਵੀ ਇੱਟਾਂ ਲਾ ਕੇ ਉਹੀ ਵੇਟ ਕਰੋ ਜਿਹੜਾ ਨਦੀਮ ਕਰ ਰਿਹਾ ਆ, ਤੇ ਥੋੜ ਪੂਰੀ ਨਹੀਂ ਕਰ ਸਕਦੇ। ਹੋ ਸਕਦਾ ਕਿ ਉਹ ਕਿਸੇ ਚੰਗੇ ਕੰਟਰੀ 'ਚ ਹੁੰਦਾ ਤੇ ਉਹ 106 ਮੀਟਰ ਵੱਜ ਜੈਵਲਿਨ ਮਾਰ ਸਕਦਾ। ਠੀਕ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ TV USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹਾਂ। ਤਸਵੀਰ ਦੇ ਵਿੱਚ ਤੁਸੀਂ ਦੇਖ ਕੇ ਅੰਦਾਜ਼ਾ ਤਾਂ ਲਾ ਲਿਆ ਹੀ ਹੋਣਾ ਹੈ ਕਿ ਇਸ ਸਮੇਂ ਅਸੀਂ ਇੱਕ ਸਟੇਡੀਅਮ ਦੇ ਵਿੱਚ ਮੌਜੂਦ ਹਾਂ। ਸਟੇਡੀਅਮ ਦੀ ਗੱਲ ਹੁੰਦੀ ਹੈ ਤਾਂ ਓਲੰਪਿਕ ਹੁਣੇ ਲੰਘ ਕੇ ਗਿਆ ਹੈ। ਹਾਲੇ ਕੁਝ ਦਿਨ ਪਹਿਲਾਂ ਹੀ ਓਲੰਪਿਕ ਦਾ ਸਮਾਪਨ ਹੋਇਆ ਹੈ। ਸਾਡੇ ਨਾਲ ਕੋਚ ਸਰਬਜੀਤ ਸਿੰਘ ਹੈਪੀ ਹੋਣੀ ਮੌਜੂਦ ਨੇ। ਗੱਲਬਾਤ ਉਹਨਾਂ ਦੇ ਨਾਲ ਕਰਕੇ ਆਪਾਂ ਭਾਰਤ ਦੀ ਪਰਫਾਰਮੈਂਸ ਦੀ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ ਗੱਲਬਾਤ ਕਰਾਂਗੇ ਕਿ ਯੋਗਦਾਨ ਪੰਜਾਬ ਦਾ ਇਸ ਵਾਰ ਕਿਹੋ ਜਿਹਾ ਰਿਹਾ ਹੈ, ਕਿ ਇੱਕ ਕੋਚ ਹੋਣ ਦੇ ਨਾਤੇ ਉਹ ਇਸ ਪਰਫਾਰਮੈਂਸ ਤੋਂ ਸੰਤੁਸ਼ਟ ਨੇ ਜਾਂ ਇਸ ਤੋਂ ਵੱਧ ਦੀ ਉਮੀਦ ਤਾਂ ਵਿਅਕਤੀ ਹਮੇਸ਼ਾ ਹੀ ਕਰਦਾ ਹੈ। ਸਵਾਗਤ ਕਰਦੇ ਹਾਂ, ਫਿਰ ਚਾਨਣਾ ਪਾਵਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਿੱਦਾਂ ਮੈਂ ਗੱਲ ਕੀਤੀ ਕਿ ਹੁਣੇ ਓਲੰਪਿਕ ਖਤਮ ਹੋਇਆ ਤੇ ਸੰਤੁਸ਼ਟੀ ਕਿੰਨੀ ਕਹਿ ਜਾਂ ਸੰਤੁਸ਼ਟੀ ਹੈ ਨਹੀਂ? ਸੰਤੁਸ਼ਟੀ ਤਾਂ ਵੈਸੇ ਤਾਂ ਸਪੋਰਟਸ ਦੇ ਵਿੱਚ ਭਾਵੇਂ ਛੋਟੇ ਤੋਂ ਛੋਟਾ ਮੁਲਕ ਹੋਵੇ, ਸੰਤੁਸ਼ਟੀ ਜਿੱਥੇ ਆ ਗਈ ਉੱਥੇ ਕੰਮ ਖਤਮ ਹੋ ਜਾਂਦਾ, ਹਨਾ? ਜੀ ਜੀ। ਕਿ ਅਸੀਂ ਮੈਡਲਾਂ ਦੀ ਭੁੱਖ ਕਦੀ ਵੀ ਖਤਮ ਨਹੀਂ ਹੋ ਸਕਦੀ। ਪਰ ਜਦੋਂ ਆਪਾਂ ਆਪਣੀ ਦੇਸ਼ ਦੀ ਆਬਾਦੀ ਵੱਲ ਦੇਖਦੇ ਹਾਂ ਤੇ ਆਪਣੇ ਦੇਸ਼ ਦੀ ਜਨਸੰਖਿਆ ਇੰਨੀ ਆ, ਤੇ ਜਦੋਂ ਇਹ ਗੱਲ ਤੇ ਤਾਨਾ ਵੀ ਮਾਰਿਆ ਜਾਂਦਾ ਨਾ ਕਿ ਤੁਸੀਂ ਇੰਨੇ ਹੋ ਕੇ ਵੀ ਇੰਨੇ ਮੈਡਲ ਲੈ ਕੇ, ਪਹਿਲੀ ਗੱਲ ਤਾਂ 117 ਬੰਦੇ ਹੀ ਇਹਦੇ ਚੋਂ ਚੁਣੇ ਗਏ ਨਾ ਆਪਣੇ ਕੁਆਲੀਫਾਈ। 140 ਕਰੋੜ ਦਾ ਦੇਸ਼ ਹੋਵੇ ਤੇ 117 ਬੰਦੇ ਸਿਰਫ ਕੁਆਲੀਫਾਈ ਕਰ। ਹਾਂਜੀ। ਪਰ ਉਹਦੇ ਵਿੱਚੋਂ ਕੁਝ ਸਾਨੂੰ ਪੋਜ਼ਿਟਿਵ ਚੀਜ਼ਾਂ ਤਾਂ ਇਹ ਮਿਲੀਆਂ ਕਿ ਸਾਡੇ ਵਿੱਚ ਟੈਲੈਂਟ ਤਾਂ ਹੈਗਾ ਆ, ਪਰ ਉਹ ਮੈਨੂੰ ਲੱਗਦਾ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਪਾਉਂਦਾ।
ਜਿੱਦਾਂ ਹੁਣ ਨਦੀਮ ਨੇ ਇੱਥੋਂ ਮੈਡਲ ਲਿਆ, ਸਮਝ ਲਓ ਇਸੇ ਧਰਤੀ ਦੀ ਦੇਣ ਆ, ਕਿਉਂਕਿ ਕੋਈ ਦੂਰ ਨਹੀਂ ਹੈਗਾ ਪੰਜਾਬ, ਪੁਰਾਣੇ ਪੰਜਾਬ ਤੋਂ। ਅਜੇ ਨੀਰਜ ਚੋਪੜੇ ਨੂੰ ਵੀ ਦੇਖਿਆ ਜਾਵੇ, ਇਹ ਵੀ ਪੁਰਾਣਾ ਪੰਜਾਬ ਹੀ ਸਮਝ ਲਓ, ਮਹਾ ਪੰਜਾਬ ਦੇ ਸੂਰਮੇ। ਇਹਦਾ ਮਤਲਬ ਇਹ ਧਰਤੀ ਇਹ ਤਾਂ ਸੂਰਮੇ ਤਾਂ ਹੈਗੇ ਆ, ਤੇ ਧਰਤੀ ਦਾ ਜਿਹੜਾ ਬੀਜ ਆ ਉਹ ਵੀ ਬੂਟਾ ਜਾਂ ਫਲ ਲੱਗਣ ਦੇ ਲੱਗ ਸਕਦਾ ਉਹਦੇ 'ਚ। ਪਰ ਜੋ ਮੈਨੂੰ ਲੱਗਦਾ ਕਿ ਅਸੀਂ ਉਹਨਾਂ ਐਥਲੀਟਾਂ ਤੱਕ ਪਹੁੰਚ ਨਹੀਂ ਪਾ ਰਹੇ, ਉਹਨਾਂ ਤੱਕ ਪਹੁੰਚ ਨਹੀਂ ਪਾ ਰਹੇ ਕਿ ਜਿਹੜੇ ਮੈਡਲ ਲੈ ਸਕਦੇ ਆ। ਉਹਦਾ ਫਾਸਲਾ ਰਹਿ ਜਾਂਦਾ ਜਦੋਂ ਕੋਈ ਵੀ ਕਹਿੰਦੇ ਨੈਗੇਟਿਵ ਤੇ ਪੋਜ਼ਿਟਿਵ ਇਕੱਠੇ ਮਿਲੂਗੇ ਤੇ ਕਰੰਟ ਤਾਂ ਹੀ ਪੈਦਾ ਹੋਊਗਾ ਨਾ। ਉਹ ਨੈਗੇਟਿਵ ਪੋਜ਼ਿਟਿਵ ਸਾਡੇ ਮਿਲ ਨਹੀਂ ਪਾ ਰਹੇ, ਇਸ ਕਰਕੇ ਖਾਸ ਤੌਰ ਤੇ ਚਲੋ ਅਸੀਂ ਸ਼ੂਟਿੰਗ 'ਚੋਂ ਜਿੱਦਾਂ ਮੈਡਲ ਲਏ ਆ ਹਨਾ, ਪਰ ਸ਼ੂਟਿੰਗ 'ਚੋਂ ਮੈਡਲ ਲੈਣਾ ਬਹੁਤ ਵਧੀਆ ਗੱਲ ਆ ਕਿ ਉਹ ਵੀ ਇੱਕ ਵਧੀਆ ਗੇਮ ਆ ਜਿਹੜੀ ਕੰਸੈਂਟਰੇਸ਼ਨ ਨਾਲ ਕੀਤੀ ਜਾਂਦੀ ਹੈ। ਪਰ ਜੇ ਆਮ ਤੌਰ ਤੇ ਗੇਮਸ ਨੂੰ ਆਪਾਂ ਜੋੜ ਕੇ ਦੇਖੀਏ, ਉਹ ਤਾਕਤ ਦੇ ਨਾਲ ਜੋੜ ਕੇ, ਸਿਹਤ ਦੇ ਨਾਲ ਜੋੜ ਕੇ ਦੇਖੀ ਜਾ ਸਕਦੀ ਆ। ਜਿੱਦਾਂ ਕਿ ਸਿਹਤ ਨਾਲ ਜੁੜੀਆਂ ਗੇਮਸ ਨੇ, ਫੁੱਟਬਾਲ ਆ, ਐਥਲੈਟਿਕਸ ਹੋ ਗਈ, ਵਰਲਡ ਫੇਮਸ ਗੇਮਾਂ, ਬਾਸਕਟਬਾਲ ਹੋ ਗਿਆ, ਵਾਲੀਬਾਲ ਹੋ ਗਿਆ, ਜੇ ਅਸੀਂ ਇਹਨਾਂ ਦੇ 'ਚ ਨਹੀਂ ਕੁਆਲੀਫਾਈ ਕਰਦੇ ਤੇ ਮੈਨੂੰ ਲੱਗਦਾ ਕਿ ਜਿਹੜਾ ਮੇਰਾ ਆਪਣਾ ਮੰਨਣਾ ਕਿ 골ਡ ਮੈਡਲ ਆਉਣਾ ਤਾਂ ਇੱਕ ਵੱਖਰੀ ਗੱਲ ਆ, ਉਹ ਤਾਂ ਮਾਡਲ ਦੇ ਤੌਰ ਤੇ ਹੁੰਦਾ ਕਿ ਇੱਕ ਇਦਾਂ ਦਾ 골ਡ ਮੈਡਲ ਆਉਂਦਾ, ਉਹਨੂੰ ਦੇਖ ਕੇ ਸਾਰੀ ਦੁਨੀਆ ਖੇਡਣ ਲੱਗ ਪੈਂਦੀ ਜਾਂ ਸਾਡੇ ਦੇਸ਼ ਦੀ ਜਨਸੰਖਿਆ ਖੇਡਣ ਲੱਗ ਪਈ, ਜਿੱਦਾਂ ਪਿਛਲੀ ਵਾਰ ਜੈਵਲਿਨ ਨਾਲ ਹੋਇਆ। ਹਾਂ, ਹੁਣ ਦੇਖੋ ਜੈਵਲਿਨ ਨਾਲ ਕਿੰਨੇ ਭਰੇ ਪਏ ਆ, ਬੱਚੇ ਜੈਵਲਿਨ ਕਰ ਰਹੇ ਆ। ਅਸਲ ਦੇ ਵਿੱਚ ਤਾਂ ਇਹ ਇੱਕ ਉਹ ਦਿਨ ਹੁੰਦਾ ਓਲੰਪਿਕ ਦਾ, ਇੱਕ ਇਦਾਂ ਦਾ ਦਿਹਾੜਾ ਹੁੰਦਾ ਆ ਕਿ ਅਸੀਂ ਰੋਲ ਆਫ ਮਾਡਲ ਪੈਦਾ ਕਰਨੇ ਆ। ਜਿੱਦਾਂ ਪੁਰਾਣੇ ਜ਼ਮਾਨੇ 'ਚ ਕੋਈ ਯੋਧੇ ਹੁੰਦੇ ਸੀ, ਹਰੀ ਸਿੰਘ ਨਲੂਆ ਯੋਧਾ ਹੋ ਗਿਆ, ਸ਼ਾਮ ਸਿੰਘ ਅਟਾਰੀ ਵਾਲਾ ਯੋਧਾ ਹੋ ਗਿਆ, ਜਾਂ ਸਾਡੇ ਭਗਤ ਸਿੰਘ ਹੁਣੀ ਯੋਧੇ ਸੀ, ਊਧਮ ਸਿੰਘ ਹੁਣੀ ਯੋਧੇ ਸੀ, ਕਿ ਇੱਕ ਰੋਲ ਆਫ ਮਾਡਲ ਇਦਾਂ ਦੇ ਹੋਣੇ ਚਾਹੀਦੇ ਜਿਨ੍ਹਾਂ ਨੂੰ ਦੇਖ ਕੇ ਦੇਸ਼ ਲਈ ਜਜ਼ਬਾ ਪੈਦਾ ਹੋਵੇ, ਦੇਸ਼ ਲਈ ਪਿਆਰ ਪੈਦਾ ਹੋਵੇ ਤੇ ਸਾਡੀ ਦੇਸ਼ ਤੰਦਰੁਸਤੀ ਵੱਲ ਜਾਵੇ। ਸਭ ਤੋਂ ਵੱਡਾ ਕਾਰਨ ਮੈਡਲ ਤਾਂ ਆਪਣੇ ਆਪ ਆਉਣਗੇ। ਮੈਨੂੰ ਲੱਗਦਾ ਕਿ ਇਹ ਚੀਜ਼ਾਂ ਦੀ ਇਹ ਸਾਡੇ 'ਚ ਕਮੀ ਰਹੀ ਆ ਕਿ ਅਸੀਂ ਉਹ ਨਦੀਮ ਸਾਡੇ 'ਚੋਂ ਵੀ ਇੱਥੇ ਲੱਭ ਸਕਦਾ ਆ, ਕਿਉਂਕਿ ਮਿੱਟੀ ਤਾਂ ਹੋਈ ਆ। ਨੀਰਜ ਚੋਪੜਾ ਸਾਡੇ ਕੋਲ ਵੀ ਇੱਥੇ ਲੱਭ ਸਕਦਾ ਕਿ ਅਸੀਂ ਕੁਛ ਹੀਰਿਆਂ ਤੱਕ ਤਾਂ ਪਹੁੰਚ ਪਾਏ ਆ, ਪਰ ਅਸਲ ਦੇ ਵਿੱਚ ਅਸੀਂ ਉਹਨਾਂ ਲੋਕਾਂ ਤੱਕ ਪਹੁੰਚ ਹੀ ਨਹੀਂ ਪਾਏ ਜਿਨ੍ਹਾਂ ਨੇ ਮੈਡਲ ਲੈਣੇ ਸੀ। ਇੱਕ ਪੋਜ਼ਿਟਿਵ ਚੀਜ਼ ਇਹੀ ਆ ਕਿ ਹਾਕੀ ਦੇ ਵਿੱਚ ਅਸੀਂ ਜਿਹੜਾ ਮੈਡਲ ਲਿਆ, ਉਹ ਇੱਕ ਪਾਵਰ ਗੇਮ ਆ, ਨੱਠਣ ਭੱਜਣ ਵਾਲੀ ਗੇਮ ਆ। ਉਹਦੇ ਵਿੱਚ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹਨੂੰ ਬਣਾਉਣਾ ਚਾਹੀਦਾ ਸਾਡੀਆਂ ਗਵਰਨਮੈਂਟਾਂ ਨੂੰ, ਤੇ ਅਲੱਗ-ਅਲੱਗ ਜਗ੍ਹਾ ਦੇ ਉੱਤੇ। ਜੇ ਅਸੀਂ ਹਾਕੀ ਵੀ ਦੇਖ ਲਈਏ ਤੇ ਪੰਜਾਬ ਦੇ ਸਭ ਤੋਂ ਜ਼ਿਆਦਾ ਪਲੇਅਰ ਸੀ ਉਹਦੇ ਵਿੱਚ, ਹਾਕੀ ਦੇ ਵਿੱਚ, ਪਰ ਉਸ ਦੇ ਬਾਵਜੂਦ ਵੀ ਸਾਨੂੰ ਹਰ ਡਿਸਟ੍ਰਿਕਟ ਦੇ ਵਿੱਚ ਹਾਕੀ ਨਹੀਂ ਮਿਲ ਰਹੀ, ਪੰਜਾਬ ਦੇ ਵਿੱਚ ਵੀ। ਕਿਵੇਂ ਇਹਨੂੰ ਜਰਾ ਡਿਸਕ੍ਰਾਈਬ ਕਰੋ ਕੋਲ ਕੇ। ਹਰ ਡਿਸਟ੍ਰਿਕਟ ਦੇ ਵਿੱਚ ਤੁਹਾਨੂੰ ਟਰੈਕ ਨਹੀਂ ਮਿਲੂਗਾ, ਉਹਦਾ ਟਰਫ ਨਹੀਂ ਮਿਲੂਗਾ ਹਨਾ, ਟਰਫ ਨਹੀਂ ਮਿਲੂਗਾ। ਹਰ ਥਾਂ ਤੇ ਚੰਗੇ ਕੋਚ ਨਹੀਂ ਮਿਲੂਗੇ, ਹਰ ਥਾਂ ਤੇ ਇਨਫਰਾਸਟ੍ਰਕਚਰ ਨਹੀਂ ਮਿਲੂਗਾ। ਹਾਂ, 2-4 ਜਿੱਦਾਂ ਅੰਮ੍ਰਿਤਸਰ ਟਰਫ ਲੱਗਾ ਆ, ਤੇ ਜਲੰਧਰ ਸੁਰਜੀਤ ਅਕੈਡਮੀ ਦੀ ਤਾਂ ਬਹੁਤ ਵੱਡੀ ਦੇਣ ਆ। ਮੇਰਾ ਮੰਨਣਾ ਤਾਂ ਇਹ ਹੈ ਕਿ ਜੇ ਇੱਕ ਸੰਸਾਰ ਭਰੇ ਵਰਲਡ ਦੀ ਟੀਮ ਦੇ ਨਾਲ ਭਿੜ ਸਕਦਾ ਹੈ ਤੇ ਇਹਦੇ ਮਤਲਬ ਸਾਡੇ 'ਚ ਇਹਦਾ ਮਤਲਬ ਉਹ ਵੀ ਤਾਂ ਹੈਗਾ ਨਾ। ਉਹ ਸਿਰਫ ਇੱਕ ਪਿੰਡ ਦੀ ਹਾਲੇ ਗੱਲ ਹੈ, ਇੱਕ ਮੈਂ ਪਿੰਡ ਦੀ ਗੱਲ ਹੈ। ਤੇ ਜੇ ਪੂਰਾ ਪੰਜਾਬ ਹੀ ਕੋਈ ਚੰਗੀ ਗੇਮਸ ਖੇਡਣ ਲੱਗ ਪਏ, ਤੇ ਹਾਕੀ ਆ, ਫੁੱਟਬਾਲ ਆ, ਇਹ ਪਹਿਲੇ ਤੁਸੀਂ ਦੇਖੋ ਹੁਣ ਫੁੱਟਬਾਲ ਦੇ ਵਿੱਚ ਵੀ ਕਿਸੇ ਟਾਈਮ ਜਰਨੈਲ ਸਿੰਘ ਵਰਗੇ ਸਾਡੇ ਬੰਦੇ ਸੀ, ਪਰ ਅੱਜ ਦੀ ਡੇਟ 'ਚ ਫੁੱਟਬਾਲ ਤਾਂ ਸਾਡਾ ਕੁਆਲੀਫਾਈ ਵੀ ਨਹੀਂ ਕਰਦਾ। ਵਰਲਡ ਫੇਮਸ ਗੇਮ ਆ। ਐਥਲੈਟਿਕਸ ਦੇ ਵਿੱਚ ਤਾਂ ਤੁਸੀਂ ਦੇਖੋ ਕਿ ਸਭ ਤੋਂ ਜ਼ਿਆਦਾ ਦਰਸ਼ਕ ਐਥਲੈਟਿਕਸ ਦੇ ਵਿੱਚ ਸੀ ਓਲੰਪਿਕ ਦੇ ਵਿੱਚ, ਪਰ ਜੇ ਅਸੀਂ ਇੱਥੇ ਨੈਸ਼ਨਲ ਮੀਟ ਕਰਾਈਏ ਤੇ ਮੈਨੂੰ ਲੱਗਦਾ ਬੱਚਿਆਂ ਦੇ ਪੇਰੈਂਟਸ ਜਾਂ ਰਿਸ਼ਤੇਦਾਰ ਵੀ ਇਹਨੂੰ ਦੇਖਣ ਨਹੀਂ ਆਉਂਦੇ। ਇਹਦਾ ਮਤਲਬ ਸਾਡੇ ਸਮਾਜ ਦੇ ਵਿੱਚ ਵੀ ਕੁਛ ਨੀਰਸ ਆ, ਸਾਡਾ ਸਮਾਜ ਸਪੋਰਟਸ ਨੂੰ ਲੈ ਕੇ, ਖੇਡਾਂ ਨੂੰ ਲੈ ਕੇ। ਤੇ ਦੂਸਰੀ ਗੱਲ ਇਹ ਆ ਕਿ ਪਿਛਲੇ ਸਮੇਂ ਤੋਂ ਤਾਂ ਸਾਡੇ ਦੇ ਉੱਤੇ ਇੱਕ ਦਾਗ ਵੀ ਲੱਗ ਰਿਹਾ ਆ ਕਿ ਨਸ਼ਾ, ਪੰਜਾਬ ਨਸ਼ੇ ਵਾਲੇ ਹੋ ਗਏ। ਠੀਕ ਆ, ਇੰਡੀਆ ਦੇ ਵਿੱਚ ਬੜੇ ਯਤਨ ਹੋ ਰਹੇ ਆ, ਸਭ ਕੁਝ ਹੋ ਰਿਹਾ, ਪਰ ਅਸੀਂ ਤਾਂ ਪਹਿਲੇ ਦੇਖੀਏ, ਇੰਡੀਆ ਵੀ ਸਾਡਾ ਆਪਣਾ ਮੁਲਕ ਆ, ਅਸੀਂ ਚਾਹੁੰਦੇ ਹਾਂ ਕਿ ਉੱਥੇ ਵੱਧ ਤੋਂ ਵੱਧ ਮੈਡਲ ਆਉਣ। ਪਰ ਸਾਨੂੰ ਇਹ ਵੀ ਸੋਚਣਾ ਚਾਹੀਦਾ ਸਾਡੇ ਗੁਰੂਆਂ ਪੀਰਾਂ ਯੋਧਿਆਂ ਦੀ ਧਰਤੀ ਪੰਜਾਬ, ਜੇ ਉਹਦਾ ਯੋਗਦਾਨ ਘਟਦਾ ਹੈ ਤੇ ਦਿਲ ਨੂੰ ਦਰਦ ਜਿਹਾ ਤਾਂ ਹੁੰਦਾ ਹੀ। ਕੋਚ ਸਾਹਿਬ, 140 ਕਰੋੜ ਦੀ ਆਬਾਦੀ ਤੇ ਓਲੰਪਿਕ ਦੇ ਵਿੱਚ ਰੈਂਕ ਰਵੇ 71ਵਾਂ ਰੈਂਕ ਵੀ ਉਸ ਦੇ ਨਾਲ। ਜੇ ਆਪਣੇ ਗਵਾਂਢੀ ਮੁਲਕ ਪਾਕਿਸਤਾਨ ਦੀ ਗੱਲ ਕਰ ਲਈਏ, ਜਿਹਨੂੰ ਕਹਿੰਦੇ ਵੀ ਵਿਚਾਰਾ ਝੰਬਿਆ ਪਿਆ, ਗਰੀਬੀ ਦਾ, ਨਾ ਪੈਸੇ ਆ, 10 ਰੈਂਕ ਉੱਪਰ ਆ ਜੀ, ਉਹ ਸਾਡੇ ਤੋਂ 10 ਰੈਂਕ ਤੋਂ ਵੀ ਜ਼ਿਆਦਾ ਉੱਤੇ ਨੇ। ਉਹ 58ਵੇਂ ਨੰਬਰ ਤੇ ਉਹਨਾਂ ਨੇ ਖਤਮ ਕੀਤਾ ਇੱਕ 골ਡ ਮੈਡਲ ਦੇ ਨਾਲ, ਕਿਉਂਕਿ ਟੈਲੀ ਤਾਂ 골ਡ ਮੈਡਲ ਨਾ ਬਣਨੀ ਹੈ। ਤੇ ਇਹ ਹਾਲਤ ਦੇਖ ਕੇ ਨਿਰਾਸ਼ਾ ਨਹੀਂ ਆਉਂਦੀ? ਤੁਸੀਂ ਇੰਨੀ ਮਿਹਨਤ ਕਰਦੇ ਹੋ ਬੱਚਿਆਂ ਤੇ, ਸਵੇਰ ਤੋਂ ਸ਼ਾਮ ਤੱਕ ਬੱਚੇ ਤਿਆਰ ਕਰਦੇ ਹੋ, ਤਾਂ ਇਹ ਖਾਮੀ ਸਿਸਟਮ ਦੇ ਵਿੱਚ ਜਾਂ ਖਾਮੀ ਕਿੱਥੇ ਲੱਗਦੀ ਹੈ, ਲੂਪ ਹੋਲ ਕਿੱਥੇ ਹੈ ਜਿਹਦੇ ਕਰਕੇ ਅਸੀਂ ਇੰਨਾ ਜ਼ਿਆਦਾ ਪਛੜ ਰਹੇ ਹਾਂ? ਸਿਸਟਮ ਦੇਖੋ ਜੀ, ਖਾਮੀ ਸਮਝ ਲਓ, ਅਸੀਂ ਜਲੰਧਰ ਤੋਂ ਬੰਬੇ ਬੱਸ 'ਚ ਜਾਣਾ, ਸਾਨੂੰ ਸਾਰਾ ਹੀ ਰਸਤਾ ਕਲੀਅਰ ਚਾਹੀਦਾ ਆ। ਇਹ ਨਹੀਂ ਕਿ ਸਾਡੀ ਦਿੱਲੀ ਜਾ ਕੇ ਬੱਸ ਖਰਾਬ ਹੋ ਜਾਵੇ, ਜਾਂ ਦਿੱਲੀ ਜਾ ਕੇ ਕੋਈ ਉਹਨੂੰ ਔਕੜ ਆ ਜਾਵੇ, ਜਾਂ ਗੁਜਰਾਤ ਜਾ ਕੇ ਆ ਜਾਵੇ, ਜਾਂ ਅੱਗੇ ਜਾ ਕੇ ਆ ਜਾਵੇ। ਇੱਦਾਂ ਹੀ ਸਭ ਤੋਂ ਪਹਿਲੇ ਤਾਂ ਸਾਨੂੰ ਟੈਲੈਂਟ ਸਰਚ ਕਰਨਾ ਪਏਗਾ।
ਜੋ ਮੈਂ ਪਹਿਲੀ ਵੀ ਗੱਲ ਕਹੀ ਆ ਕਿ ਸਾਨੂੰ ਚੰਗਾ ਬੀਜ ਲੱਭਣਾ ਪਊਗਾ ਤੇ ਚੰਗੀ ਜ਼ਮੀਨ ਤੇ। ਆਪਣੇ ਇੰਡੀਆ 'ਚ ਹਰ ਤਰ੍ਹਾਂ ਦਾ ਮੌਸਮ ਆ, ਹਰ ਤਰ੍ਹਾਂ ਦੀ ਜਗ੍ਹਾ ਆ, ਹਰ ਤਰ੍ਹਾਂ ਦੇ ਗਰਾਊਂਡ ਆ। ਤੁਸੀਂ ਜੀ ਆਹ ਗਰਾਊਂਡ ਹੀ ਲਾ ਲਓ, ਸਾਡੇ ਗਰਾਊਂਡ, ਇਹ ਪੂਰੇ ਦੁਆਬੇ 'ਚ ਇੱਕੋ ਹੀ ਗਰਾਊਂਡ ਆ। ਪਰ ਤੁਸੀਂ ਜਦੋਂ ਬਾਹਰਲੀਆਂ ਕੰਟਰੀਆਂ ਜਾ ਕੇ ਦੇਖਦੇ ਉਹਨਾਂ ਦੇ ਸਕੂਲਾਂ ਦੇ ਵਿੱਚ ਵੀ ਇਦਾਂ ਦੀਆਂ ਗਰਾਊਂਡਸ ਆ ਨਾ। ਤੇ ਉਸ ਤੋਂ ਬਾਅਦ ਇਨਫਰਾਸਟ੍ਰਕਚਰ, ਜਿਹੜੇ ਕੰਡੀਸ਼ਨਿੰਗ ਹਾਲ, ਫਿਰ ਗਰਾਊਂਡ ਬਣਾ ਦਿੱਤੀ, ਸਾਨੂੰ ਕੰਡੀਸ਼ਨਿੰਗ ਹਾਲ ਚਾਹੀਦੇ ਆ। ਫਿਰ ਸਾਨੂੰ ਚੰਗੇ ਹੋਸਟਲ ਚਾਹੀਦੇ, ਜਿਹੜਾ ਟੈਲੈਂਟ ਲੱਭ ਕੇ ਲਿਆਉਣਾ ਉਹਨੂੰ ਰੱਖਣ ਦੀ ਜਗ੍ਹਾ ਵੀ ਚਾਹੀਦੀ ਆ ਸਾਨੂੰ। ਫਿਰ ਉਹਨਾਂ ਦੀ ਚੰਗੀ ਖੁਰਾਕ ਦਾ ਇੰਤਜ਼ਾਮ ਕਰਨਾ ਪਏਗਾ। ਫਿਰ ਉਹਨਾਂ ਦੇ ਮਨ ਇਦਾਂ ਦੇ ਬਣਾਉਣੇ ਪਊਗੇ। ਤੁਸੀਂ ਪੋਲੂਸ਼ਨ ਲੈਵਲ ਲਾ ਲਓ, ਜਲੰਧਰ ਦਾ 500 ਪੋਲੂਸ਼ਨ ਲੈਵਲ ਆ। ਕਦੀ ਕਿਸੇ ਸਾਡੇ ਬੰਦੇ ਨੇ ਹੋਰ ਭਾਵੇਂ ਜਿੰਨੀਆਂ ਮਰਜ਼ੀ ਹੜਤਾਲਾਂ ਕੀਤੀਆਂ, ਕਦੀ ਇਸ ਚੀਜ਼ ਤੇ ਹੜਤਾਲ ਨਹੀਂ ਕੀਤੀ ਕਿ ਸਪਰੇਅ ਘੱਟ ਛਿੜਕੋ, ਦੁੱਧ ਦੇ ਵਿੱਚ ਮਿਲਾਵਟ ਨਾ ਆਵੇ, ਮਠਿਆਈਆਂ ਦੇ ਵਿੱਚ ਮਿਲਾਵਟ ਨਾ ਆਵੇ, ਸਾਡੇ ਬੱਚਿਆਂ ਦੇ ਖਾਣੇ। ਮੈਨੂੰ ਲੱਗਦਾ ਇਹ ਤਾਂ ਦੇਸ਼ ਦੋ ਦਾ ਕੇਸ ਚੱਲਣਾ ਚਾਹੀਦਾ, ਜਿਹੜਾ ਸਾਡੇ ਆਉਣ ਵਾਲੇ ਬੱਚਿਆਂ ਨੂੰ। ਕਈ ਵਾਰੀ ਤਾਂ ਇਦਾਂ ਹੁੰਦਾ ਕਿ ਜਿਹੜਾ ਬੱਚਾ ਪੈਦਾ ਹੁੰਦਾ, ਜਿਹੜਾ ਉਹਨੂੰ ਦੁੱਧ ਪਿਲਾਇਆ ਜਾਂਦਾ, ਉਹ ਨਕਲੀ ਹੁੰਦਾ। ਤੇ ਸਾਡੇ ਅਸੀਂ ਕਿੱਦਾਂ ਆਸ ਕਰ ਦਈਏ। ਪਰ ਮਤਲਬ ਜੇ ਸਾਡੇ ਬਜ਼ੁਰਗ 100 ਕਿਲੋ ਦੀ ਬੋਰੀ ਚੱਕਦੇ ਸੀ, ਅੱਜ ਅਸੀਂ 40 ਕਿਲੋ ਦੀ ਬੋਰੀ ਚੱਕਣ ਜੋਗੇ ਰਹਿ ਗਏ ਆ। ਸਾਡੇ ਟੈਲੈਂਟ ਦੀ ਕਮੀ ਨਹੀਂ, ਸਾਡੇ ਅਜਾਇਬ ਘਰਾਂ ਦੇ ਵਿੱਚ ਚੀਜ਼ਾਂ ਭਰੀਆਂ ਪਈਆਂ, ਕਿਰਪਾਨਾਂ ਏਡੇ ਹਥਿਆਰ ਜਿਹੜੇ ਅਸੀਂ ਅੱਜ ਸੋਚਦੇ ਆ ਵੀ ਉਹ ਚੱਕਦੇ ਕਿੱਦਾਂ ਹੋਣਗੇ, ਅਸੀਂ ਹੁਣ ਸੋਚੀ ਜਾਂਦੇ। ਮੈਂ ਤਾਂ ਕਹਿੰਦਾ ਕਿ ਹੁਣ ਤਾਂ ਇਦਾਂ ਲੋਕ ਸੋਚਣ ਲੱਗ ਪਏ, ਜੇ ਕਿਸੇ ਨੂੰ ਮੈਂ ਕਹਿ ਦੇਵਾਂ ਨਾ ਮੈਂ ਬੱਸ ਸਟੈਂਡ ਤੋਂ 5 ਕਿਲੋਮੀਟਰ ਤੁਰ ਕੇ ਆਇਆ, ਤੇ ਅੱਜ ਦੀ ਪੀੜ੍ਹੀ ਤਾਂ ਇਹ ਸੋਚਣ ਲੱਗ ਪੈਂਦੀ ਭਾਈ ਤੁਸੀਂ 5 ਕਿਲੋਮੀਟਰ ਤੁਰ ਕੇ ਕਿੱਦਾਂ ਆ ਗਏ। ਤੇ ਜਦ ਕਿ ਸਾਡੇ ਜਿਹੜੇ ਬਜ਼ੁਰਗ ਸੀ ਉਹ ਤਾਂ ਤੁਰ ਕੇ, ਮੈਨੂੰ ਲੱਗਦਾ ਨੇਤਾ ਜੀ ਸੁਭਾਸ਼ ਚੰਦਰ ਬੋਸ ਅਫਗਾਨਿਸਤਾਨ ਦਾ ਨਹੀਂ ਰਸ਼ੀਆ ਪਹੁੰਚ ਗਏ ਸੀਗੇ ਹਨਾ। ਉਹ ਚੀਜ਼ਾਂ ਯਾਦ ਵੀ ਕਰਾਉਣੀਆਂ ਪੈਣਗੀਆਂ ਬੱਚਿਆਂ ਨੂੰ। ਜਿੱਦਾਂ ਹਨੂੰਮਾਨ ਜੀ ਦੀ ਸਟੋਰੀ ਦੇ ਵਿੱਚ ਵੀ ਤੁਸੀਂ ਦੇਖਦੇ ਆ ਕਿ ਉਹ ਵੀ ਆਪਣੀਆਂ ਸ਼ਕਤੀਆਂ ਭੁੱਲ ਗਏ ਸੀਗੇ, ਤੇ ਉਹਨਾਂ ਨੂੰ ਵੀ ਯਾਦ ਕਰਾਉਣਾ ਪਿਆ ਸੀ ਕਿ ਤੁਸੀਂ ਸਮੁੰਦਰ ਪਾਰ ਕਰ ਸਕਦੇ ਹੋ। ਉਹ ਤਾਂ ਇੱਕ ਭਗਵਾਨ ਰੂਪੀ ਸੀ। ਤੇ ਮੈਨੂੰ ਲੱਗਦਾ ਸਾਨੂੰ ਆਪਣੇ ਬੱਚਿਆਂ ਨੂੰ ਅਸੀਂ ਭੁੱਲ ਵੀ ਬੈਠੇ ਆ ਆਪਣਾ ਵਿਰਸਾ, ਆਪਣੇ ਯੋਧੇ, ਉਹਨਾਂ ਦੀਆਂ ਗੱਲਾਂ ਕਰਨ ਨੂੰ। ਹੁਣ ਤਾਂ ਗੱਲਾਂ ਜਿਹੜੀਆਂ ਰਹਿ ਗਈਆਂ, ਤੁਸੀਂ ਰੀਲਾਂ ਦੇਖੀ ਚਲੋ ਮੈਂ ਕਹਿੰਦਾ ਨੱਚਣਾ ਜਾਂ ਉਹ ਵੀ ਆਪਣਾ ਕਲਚਰ ਆ, ਕੋਈ ਚੀਜ਼ ਆ। ਪਰ ਅਸਲ ਦੇ ਵਿੱਚ ਜੇ ਤੁਸੀਂ ਕਿਸੇ ਇੱਕ ਬੱਚੇ ਨੂੰ ਪੁੱਛੋ ਕਿ ਹਰੀ ਸਿੰਘ ਨਲੂਆ ਕੌਣ ਸੀ, ਸੁਭਾਸ਼ ਚੰਦਰ ਬੋਸ ਕੌਣ ਸੀ, ਉਹਨੂੰ ਪਤਾ ਹੋਣਾ ਚਾਹੀਦਾ। ਜੇ ਉਹਨੂੰ ਨਹੀਂ ਪਤਾ, ਕਹਿੰਦੇ ਸੀ ਆਪਣੀ ਮਿੱਟੀ ਤੋਂ ਉਖੜ ਜਾਵਾਂਗੇ, ਤੇ ਫਿਰ ਤਾਂ ਅਸੀਂ ਕੁਝ ਕਰ ਹੀ ਨਹੀਂ ਪਾਵਾਂਗੇ। ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ, ਉਹਨਾਂ ਦੀਆਂ ਕਹਾਣੀਆਂ ਜਦੋਂ ਉਹਨਾਂ ਨੂੰ ਪਤਾ ਹੀ ਨਹੀਂ, ਪਹਿਲੇ ਦਾਦੀਆਂ ਸੁਣਾਉਂਦੀਆਂ ਹੁੰਦੀਆਂ ਸੀ ਨਾ। ਤਾਂ ਹੁਣ ਦਾਦੀਆਂ ਵੀ ਸੀਰੀਅਲ ਤੋਂ ਵੇਲ ਨਹੀਂ ਗਾ ਦਾਦੀਆਂ ਨੂੰ ਕਿਸੇ ਨੂੰ। ਪਹਿਲੇ ਅਸੀਂ ਵੀ ਛੋਟੇ ਹੁੰਦੇ ਸੀ, ਤੇ ਜਦੋਂ ਸੌਣ ਵੇਲੇ, ਕਿਉਂਕਿ ਸੌਣ ਵੇਲੇ ਜਿਹੜੀ ਚੀਜ਼ ਤੁਸੀਂ ਸੁਣਦੇ ਆ ਉਦੋਂ ਬਿਲਕੁਲ ਫਰੈਸ਼ ਹੁੰਦੇ ਤੁਸੀਂ, ਉਹ ਮਾਈਂਡ ਨੂੰ ਲੈ ਕੇ ਤੁਹਾਡੇ ਸੁਪਨੇ ਉਦਾਂ ਦੇ ਹੋ ਜਾਂਦੇ ਆ। ਤੇ ਉਹ ਚੀਜ਼ਾਂ ਦੀ ਕਮੀ, ਮਤਲਬ ਜੇ ਸਾਰਾ ਕਸੂਰ ਆਪਾਂ ਸਰਕਾਰਾਂ ਦਾ ਕੱਢ ਦਈਏ, ਸਰਕਾਰਾਂ ਦਾ ਵੀ ਬਹੁਤ ਵੱਡਾ ਕਸੂਰ ਆ ਇਹਦੇ ਵਿੱਚ। ਆਪਾਂ ਇਹ ਨਹੀਂ ਕਹਿੰਦੇ, ਕਿਉਂਕਿ ਉਹਨਾਂ ਨੂੰ ਤਾਕਤ ਦਿੱਤੀ ਆ ਅਸੀਂ, ਉਹਨਾਂ ਨੂੰ ਵੋਟ ਪਾਈ ਆ ਅਸੀਂ, ਉਹਨਾਂ ਨੂੰ ਕਿਹਾ ਆ ਕਿ ਸਾਡੇ ਦੇਸ਼ ਨੂੰ ਉੱਪਰ ਲੈ ਕੇ ਜਾਣਾ। ਤੇ ਸਮਾਜ ਦਾ ਵੀ ਕਸੂਰ ਉਹਨਾਂ ਹੀ ਮੰਨਦਾ ਮੈਂ। ਤੇ ਇਹ ਚੀਜ਼ਾਂ ਤਾਂ ਕਵਰ ਕਰਨੀਆਂ ਪੈਣਗੀਆਂ ਸਾਨੂੰ ਜੇ ਅਸੀਂ ਕੁਝ ਕਰਨਾ। ਪਹਿਲੀ ਗੱਲ ਤਾਂ ਜਜ਼ਬਾ ਹੋਣਾ ਚਾਹੀਦਾ ਸਾਡੇ ਵਿੱਚ, ਦੇਸ਼ ਦੇ ਵਿੱਚ। ਇੱਕ ਸਾਨੂੰ ਤਾਂ ਕਈ ਵਾਰੀ ਜਦੋਂ ਇੰਟਰਨੈਸ਼ਨਲ ਜਾਈਦਾ, ਜੇ ਸਾਡਾ ਝੰਡਾ ਨਾ ਚੜੇ, ਉੱਥੇ ਅਸੀਂ ਮੈਡਲ ਨਾ ਜਿੱਤੀ, ਤੇ ਰੋਣਾ ਹੁੰਦਾ ਕਿ ਛੋਟੀਆਂ ਕੰਟਰੀਆਂ, ਸੈਂਟ ਲੂਸੀ ਵਰਗੀਆਂ ਕੰਟਰੀਆਂ ਨੇ 2 ਮੈਡਲ। ਬੋਤਸਵਾਨਾ ਦੇਸ਼ ਹੈ, ਤੁਸੀਂ ਸੁਣਿਆ ਹੋਊਗਾ, ਉਹ ਬਿਲਕੁਲ ਹੀ ਛੋਟਾ ਜਿਹਾ। ਸੈਂਟ ਲੂਸੀਆ ਕਿੱਡਾ ਦਾ, ਸੈਂਟ ਲੂਸੀਆ 100 ਮੀਟਰ ਦੀ, ਛੋਟੇ ਮਹਾਦੀਪ ਨੇ। ਹਾਂ, ਉਹ ਤਾਂ ਛੋਟੇ ਮਹਾਦੀਪ ਆ, ਉਹ ਜਿੱਤੀ ਜਾਂਦੇ। ਜਿਹੜਾ ਖੇਡੂਗਾ ਉਹ ਜਿੱਤੂਗਾ। ਸਾਡੀ ਜਨਸੰਖਿਆ ਖੇਡ ਹੀ ਨਹੀਂ ਰਹੀ। ਪਹਿਲੀ ਗੱਲ ਤਾਂ ਇਹ ਹੈ, ਸਾਡੀ ਜਨਸੰਖਿਆ ਜੇ ਅਨੁਪਾਤ ਕੱਢਦੇ ਹੋਈਏ ਆਪਾਂ, ਤੁਸੀਂ ਤਾਂ ਕੋਚ ਅੰਦਾਜ਼ਾ ਲਾਉਂਦੇ ਹੋਵੋਗੇ ਕਿ 1000 ਬੰਦੇ ਪਿੱਛੇ ਕੋਈ ਹੈਗਾ ਇੱਕ ਵੀ, ਜਾਂ 2, ਜਾਂ ਕਿੰਨੇ ਬੱਚੇ ਨੇ ਜਿਹੜੇ 1000 ਬੱਚੇ ਪਿੱਛੇ ਗੇਮ ਵੱਲ ਜਾਂਦੇ ਹੋਣ? ਗੇਮ ਵੱਲ ਜਾਂਦੇ, ਮੈਂ ਪਹਿਲੇ ਵੀ ਤੁਹਾਨੂੰ ਕਿਹਾ, ਜੇ ਬੱਸ ਆ ਵੀ ਗਿਆ, ਬੱਸ ਇੱਥੋਂ ਚੱਲ ਵੀ ਪਈ ਆ, ਉਹ ਪਰ ਰਸਤੇ 'ਚ ਖਰਾਬ ਵੀ ਨਹੀਂ ਨਾ ਹੋਣੀ ਚਾਹੀਦੀ। ਰਸਤੇ ਦੇ ਵਿੱਚ ਉਹਨੂੰ ਸਹੂਲਤਾਂ ਮਿਲਦੀਆਂ ਰਹਿਣੀਆਂ ਚਾਹੀਦੀਆਂ। ਜਿੱਥੇ ਪਾਣੀ ਦੀ ਜ਼ਰੂਰਤ ਆ, ਜਿੱਥੇ ਰੋਟੀ ਦੀ ਜ਼ਰੂਰਤ ਆ, ਜਿੱਥੇ ਉਹਨੂੰ ਮੋਟੀਵੇਸ਼ਨ ਦੀ ਜ਼ਰੂਰਤ ਆ, ਜਿੱਥੇ ਹਾਈਟੈਕ ਟੈਕਨੀਕ ਦੀ ਜ਼ਰੂਰਤ ਆ। ਸਮਝ ਲਓ ਆਪਾਂ ਇੱਥੋਂ ਲੈ ਕੇ ਤੁਰ ਵੀ ਪਏ, ਤੁਸੀਂ ਬੂਟਾ ਉਗਾ ਹੀ ਲਿਆ, ਉਹ ਬੂਟੇ ਨੂੰ ਉਗਾਉਣ ਨੂੰ ਫਿਰ ਵੀ ਮੌਸਮ ਚੰਗਾ ਚਾਹੀਦਾ ਨਾ। ਗੜਿਆਂ ਦੀ ਭੇਟ ਚੜਦਾ ਹੈ ਉਹ ਬੂਟਾ, ਸਭ ਤੋਂ ਵੱਧ ਕਿਹਦੀ ਭੇਟ ਚੜਦਾ ਹੈ? ਸਿਸਟਮ ਦੀ। ਤੁਸੀਂ ਮੈਂ ਇੱਕੋ ਚੀਜ਼ ਦੇਖਦਾ ਕਿ ਜਿੰਨੇ ਵੀ ਆਪਣੇ ਦਰਸ਼ਕ ਦੇਖ ਰਹੇ ਆ, ਕਿਸੇ ਦਿਨ ਆਪਣੇ ਹੈਪੀਨੈਸ ਇੰਡੈਕਸ ਨੂੰ ਤਾਂ ਦੇਖਿਓ ਕਿ ਇੰਡੀਆ ਦਾ ਹੈਪੀਨੈਸ ਇੰਡੈਕਸ ਕਿੰਨਾ ਆ। ਉਹ ਪਾਕਿਸਤਾਨ ਤੋਂ ਵੀ ਥੱਲੇ ਆ ਚੁੱਕਾ ਆ। ਸਾਡੇ 'ਚ ਨਫ਼ਰਤ ਪੈਦਾ ਹੋ ਗਈ ਆ ਇੱਕ ਦੂਜੇ ਦੇ ਲਈ। ਜਦੋਂ ਨਫ਼ਰਤ ਪੈਦਾ ਹੁੰਦੀ ਤਾਂ ਕੋਈ ਵੀ ਚੀਜ਼ ਡਿਵੈਲਪ ਨਹੀਂ ਕਰਦੀ ਕਦੀ ਵੀ। ਪਹਿਲੀ ਗੱਲ ਤਾਂ ਸਾਨੂੰ, ਅਸੀਂ ਗੱਡੀ ਚਲਾਉਂਦੇ ਵੀ, ਜੇ ਗੱਡੀ ਵਾਲਾ ਇੱਕ ਅੱਗੇ ਲੰਘ ਗਿਆ ਉਹਨੂੰ ਗਾਲਾਂ ਕੱਢਣ ਲੱਗ ਪਈਦੀ ਆ, ਕੋਈ ਅੱਗੇ ਆ ਗਿਆ ਉਹਨੂੰ ਗਾਲਾਂ ਕੱਢਣ ਲੱਗ ਪਈਦੀ ਆ। ਇੱਕ ਬੜਾ ਕੂਲ ਮਾਈਂਡ ਸਾਨੂੰ ਚਾਹੀਦਾ, ਇੱਕ ਦੂਜੇ ਲਈ ਪ੍ਰੇਮ ਪਿਆਰ ਚਾਹੀਦਾ ਆ। ਉਹ ਪ੍ਰੇਮ ਦਾ এনवायरमेंट ਚਾਹੀਦਾ। ਪਤਾ ਨਹੀਂ ਖਿਜੇ ਪਈ ਆ ਸਾਰੀ ਦੁਨੀਆ, ਜਾਂ ਤਾਂ ਮੈਨੂੰ ਲੱਗਦਾ
ਕਿ ਸਰਕਾਰਾਂ ਬਦਲ ਕੇ ਅਸੀਂ ਥੱਕ ਚੁੱਕੇ ਆ। ਮੈਨੂੰ ਲੱਗਦਾ ਕਿ ਪਤਾ ਨਹੀਂ ਕਿਸੇ ਚੀਜ਼ ਦੀ ਖੇਜ ਹੈਗੀ ਆ ਸਾਡੇ ਅੰਦਰ, ਕਿਸੇ ਚੀਜ਼ ਨੂੰ ਲੈ ਕੇ ਨਾ ਜੀ। ਤੇ ਉਹ ਖੇਜ ਦਾ ਵੀ ਇਹ ਛੋਟੇ ਬਹੁਤ ਕਾਰਨ ਆ। ਮੈਂ ਜਿੱਦਾਂ ਨਸ਼ਾ ਕਿਹਾ, ਮਿਲਾਵਟ ਦਾ ਕਿਹਾ, এনवायरमेंट ਦਾ ਕਿਹਾ, ਤੇ ਇੱਕ ਇਹ ਬਹੁਤ ਮਹੀਨ ਚੀਜ਼ਾਂ ਨੇ ਜਿਹੜੀਆਂ ਤੁਸੀਂ ਗਿਣਾ ਰਹੇ ਹੋ। ਵੈਸੇ ਹਿਡਨ ਆ ਚੀਜ਼ਾਂ। ਜੀ ਜੀ ਜੀ। ਨਹੀਂ ਤਾਂ ਸਿੱਧਾ ਕਹਿ ਦਿੰਦੇ ਜੀ ਮੈਨੂੰ ਦੁੱਧ ਨਹੀਂ ਮਿਲਿਆ, ਮੈਨੂੰ ਕੇਲੇ ਨਹੀਂ ਮਿਲੇ, ਮੈਨੂੰ ਸਰਕਾਰ ਨਹੀਂ। ਪਰ ਇਹ ਹਿਡਨ ਚੀਜ਼ਾਂ ਜਿਹੜੀਆਂ ਨਾ, ਇਹਨਾਂ ਨੂੰ ਵੀ ਆਪਾਂ ਇਹਨਾਂ ਤੇ ਵੀ ਕੰਮ ਕਰਨਾ ਚਾਹੀਦਾ ਸਾਨੂੰ, ਤਾਂ ਹੀ ਆਪਾਂ ਉੱਤੇ ਆ ਸਕਦੇ। ਤੇ ਦੂਸਰੀ ਗੱਲ ਆ, ਮੈਨੂੰ ਬੜਾ ਚੰਗਾ ਲੱਗਾ ਕਿ ਨਦੀਮ ਤੇ ਜਿਹੜੇ ਆਪਣਾ ਨੀਰਜ ਚੋਪੜਾ ਦੀ ਮਾਵਾਂ ਦੇ ਜੋ ਸੰਦੇਸ਼ ਆ, ਉਹਨੇ ਮੇਰਾ ਦਿਲ ਖੁਸ਼ ਕਰ ਦਿੱਤਾ। ਇਸ ਚੀਜ਼ ਨੂੰ ਮੈਂ ਕਹਿੰਦਾ, ਤੇ ਮੈਨੂੰ ਤਾਂ ਇਹ ਲੱਗਣ ਲੱਗ ਪਿਆ ਕਿ ਇਹ ਜੇ ਮਾਵਾਂ ਹੀ ਸਾਡੇ ਦੇਸ਼ਾਂ ਦੀਆਂ ਦੋਨਾਂ ਦੀਆਂ ਹਾਕਮ ਬਣ ਜਾਣ ਤੇ ਸ਼ਾਇਦ ਅਸੀਂ ਵੀ ਯੂਰਪ ਵਾਂਗ ਇਕੱਠੇ ਹੋ ਜਾਈਏ। ਕਿਉਂਕਿ ਯੂਰਪ ਦੇਖੋ ਲੜਾਈ ਝਗੜੇ ਜੇ ਅੱਜ ਵੀ ਅਸੀਂ ਪੁਰਾਣੀਆਂ ਗੱਲਾਂ ਲਈ ਫਿਰੇ, ਉਹਨਾਂ ਨੇ ਇਹ ਮਾਰਤਾ ਸੀ, ਇਹਨਾਂ ਨੇ ਇਹ ਕੱਟਤਾ ਸੀ, ਇਹਨਾਂ ਨੇ ਇਹ ਕਰਤਾ ਸੀ, ਫਿਰ ਸਾਡੀ ਆਉਣ ਵਾਲੇ ਟਾਈਮ 'ਚ ਵੀ ਤਰੱਕੀ ਨਹੀਂ ਹੋਣੀ। ਜਾਪਾਨ ਦੇ ਉੱਤੇ ਕਿੰਨੇ ਬੰਬ ਸਿੱਟਿਆ ਸੀ ਅਮਰੀਕਾ ਨੇ, ਅੱਜ ਉਹ ਚੰਗੇ ਦੋਸਤ ਆ। ਯੂਰਪ ਦੇ ਵਿੱਚ ਕਿੰਨਾ ਆਪਸ ਦੇ ਵਿੱਚ ਲੜਾਈ ਹੁੰਦੀ ਰਹੀ, ਇੰਗਲੈਂਡ ਤੇ ਫਰਾਂਸ ਦੀ ਕਿੰਨੀ ਹੁੰਦੀ ਰਹੀ, ਤੇ ਅਸੀਂ ਸਾਰੇ ਦਾ ਸਾਰਾ ਆਪਣਾ ਪੈਸਾ ਆਰਮੀ ਤੇ ਹਥਿਆਰਾਂ ਤੇ ਖਰਚੀ ਜਾ ਰਹੇ ਹਾਂ। ਉਹ ਵੀ ਜੇ ਪੈਸਾ ਸਾਡੇ ਬੱਚਿਆਂ ਤੇ ਲੱਗਣ ਲੱਗ ਪਵੇ, ਸਪੋਰਟਸਮੈਨਾਂ ਤੇ ਲੱਗਣ ਲੱਗ ਪਵੇ, ਕੀ ਅਸੀਂ ਨਹੀਂ ਮੈਡਲ ਲੈ ਸਕਦੇ? ਕਿਉਂਕਿ ਜੇ ਸਾਡਾ ਇੱਕ ਬੰਦਾ ਵੀ, ਸੂਰਜ ਦੀ ਇੱਕ ਕਿਰਨ ਵੀ ਸਾਡੇ ਅੰਦਰ ਆ ਸਕਦੀ, ਤੇ ਸਾਡੇ ਅੰਦਰ ਸੂਰਜ ਦੀ ਪੂਰੀ ਰੋਸ਼ਨੀ ਆ ਸਕਦੀ ਆ। ਇੱਥੇ ਕੋਚ ਸਾਹਿਬ, ਮੇਰਾ ਸਵਾਲ ਇਹ ਸੀ, ਮੈਂ ਬਾਰ-ਬਾਰ ਧਿਆਨ ਉਸੇ ਪੰਨੇ ਜਾ ਰਿਹਾ ਸੀ। ਮੈਂ ਬੀਤੇ ਦਿਨੀ ਕਿਸੇ ਨਾਲ ਗੱਲ ਕਰ ਰਿਹਾ ਸੀ ਇਸ ਵਿਸ਼ੇ ਤੇ। ਉਹਨਾਂ ਦਾ ਕਹਿਣਾ ਸੀ ਕਿ ਭਾਰਤ ਦਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਤੇ ਖੇਡਾਂ ਦਾ ਕਲਚਰ ਹੈ, ਇਹ ਦੋਵਾਂ ਨੂੰ ਜੇ ਰਲ ਗੱਡ ਕਰਕੇ ਇੱਕ ਜਵਾਬ ਦੇਣਾ ਹੋਵੇ ਤਾਂ ਸਾਡੀ ਪਹੁੰਚ ਸਿਰਫ ਤੇ ਸਿਰਫ ਚਾਹੇ ਖੇਡ ਦੇ ਜ਼ਰੀਏ, ਚਾਹੇ ਸਿੱਖਿਆ ਦੇ ਜ਼ਰੀਏ ਨੌਕਰੀ ਲੈਣ ਤੱਕ ਰਹਿ ਗਈ ਹੈ। ਵੀ ਅਸੀਂ ਓਲੰਪੀਅਨ ਬਣ ਗਏ ਹਾਂ, ਅਸੀਂ ਜਿੱਤੀਏ ਚਾਹੇ ਨਾ ਜਿੱਤੀਏ, ਸਾਨੂੰ ਘੱਟੋ ਘੱਟ ਕੋਈ ਸਰਕਾਰੀ ਨੌਕਰੀ ਮਿਲ ਜੂਗੀ, ਖਤਮ। ਉਸ ਤੋਂ ਅੱਗੇ ਅਸੀਂ ਕੁਝ ਸੋਚਦੇ ਹੀ ਨਹੀਂ। ਤੇ ਮਾਪੇ ਜਿਹੜੇ ਨੇ ਉਹ ਇਸ ਗੱਲ ਨੂੰ ਲੈ ਕੇ ਚਿੰਤਤ ਰਹਿੰਦੇ ਨੇ ਵੀ ਭਾਈ ਜੇ ਤਾਂ ਗੇਮ ਕਰਨੀ ਹੈ, ਜੇ ਤਾਂ ਉਹ 'ਚ ਕੁਝ ਬਣਦਾ ਹੈ, ਉਹਨੂੰ 2-4 ਸਾਲ ਹੀ ਬੜੀ ਹੱਦ ਦਿੰਦੇ ਨੇ। ਉਸ ਤੋਂ ਬਾਅਦ ਕਹਿੰਦੇ ਨੇ ਨਾ ਭਾਈ ਸਾਡੇ ਬੱਸ ਦਾ ਰੋਗ ਨਹੀਂ, ਤੂੰ ਕੰਮ ਤੇ ਲੱਗ ਜਾ ਕਿਤੇ। ਇਦਾਂ ਦਾ ਹੁੰਦਾ। ਪਹਿਲਾਂ ਤੁਸੀਂ ਪਹਿਲੀ ਗੱਲ ਦਾ ਜਵਾਬ ਦਿਓ, ਸਪੋਰਟਸ ਸਿਸਟਮ ਤੇ ਐਜੂਕੇਸ਼ਨ ਸਿਸਟਮ 'ਚ ਸਿਰਫ ਸਾਡੀ ਦੌੜ ਉੱਥੇ ਜੌਬ ਤੱਕ ਰਹਿ ਗਈ ਆ। ਇਹ ਸੱਚਮੁੱਚ ਹੈ, ਨੌਕਰੀ ਤੱਕ। ਕਿਉਂਕਿ ਹਰੇਕ ਮਾਂ-ਬਾਪ ਨੂੰ ਇਹ ਹੁੰਦਾ ਕਿ ਸਾਡਾ ਬੱਚਾ ਸੈਟਲ ਹੋ ਜਾਵੇ। ਤੇ ਇਹ ਪਿੱਛੇ ਤੁਸੀਂ ਦੇਖਿਆ ਵੀ ਜਦੋਂ ਮਹਿਲ ਸਿੰਘ ਭੁੱਲਰ ਤੇ RS ਗਿੱਲ ਸਾਹਿਬ ਸੀਗੇ, ਉਹਨਾਂ ਨੇ ਬਹੁਤ ਸਾਰੀ ਭਰਤੀ ਕੀਤੀ। ਉਦੋਂ ਹੀ ਸਾਡੇ ਅੱਜ ਪੰਜਾਬ ਪੁਲਿਸ ਦਾ ਇੱਕ ਵੀ ਐਥਲੀਟ ਆਪਣੇ ਐਥਲੈਟਿਕਸ ਦੇ ਵਿੱਚ ਕੋਈ ਵੀ ਇੱਕ ਵੀ ਬੰਦਾ ਨਹੀਂ ਗਿਆ। ਕਿਸੇ ਟਾਈਮ ਰਾਜਵਿੰਦਰ ਕੌਰ, ਮਨਜੀਤ ਕੌਰ, ਬਹਾਦਰ ਸਿੰਘ ਹੋਣੀ, ਇਹ ਸਾਰੇ ਓਲੰਪਿਕ ਜਾਂਦੇ ਹੁੰਦੇ ਸੀ, ਹੈ ਨਾ। ਤੇ ਨੌਕਰੀ ਦਾ ਤਾਂ ਕਿਤੇ ਨਾ ਕਿਤੇ ਯੋਗਦਾਨ ਹੈਗਾ ਆ। ਉਸ ਤੋਂ ਇਲਾਵਾ ਵੀ ਸਾਨੂੰ ਸਾਈਕੋਲੋਜਿਸਟ ਚਾਹੀਦੇ ਆ ਕਿ ਹਾਂ, ਨੌਕਰੀ ਤੋਂ ਬਾਅਦ ਤੁਹਾਡਾ ਸਫ਼ਰ ਖਤਮ ਨਹੀਂ ਹੁੰਦਾ, ਉਸ ਤੋਂ ਬਾਅਦ ਤੁਸੀਂ ਹੋਰ ਚੰਗਾ ਕਰ ਸਕਦੇ ਆ। ਤੇ ਮੈਂ ਮਹਿਲ ਸਿੰਘ ਭੁੱਲਰ ਸਾਹਿਬ ਨਾਲ ਮਿਲਿਆ ਸੀਗਾ 2 ਵਾਰੀ, ਦੋਨੋਂ ਵਾਰੀ ਉਹਨਾਂ ਨੇ ਇਸੇ ਚੀਜ਼ ਦਾ ਜ਼ਿਕਰ ਕੀਤਾ। ਉਹ ਕਹਿੰਦੇ ਮੈਂ ਉਸ ਟਾਈਮ ਪੁਲਿਸ ਦੀ ਵਿੱਚ ਇੰਨੇ ਸਪੋਰਟਸਮੈਨਾਂ ਦੀ ਇਸ ਕਰਕੇ ਭਰਤੀ ਕੀਤੀ ਕਿ ਆਉਣ ਵਾਲੇ ਟਾਈਮ 'ਚ ਜੇ ਕਿਤੇ SHO ਲੱਗੇ ਹੋਣਗੇ, ਕਿਤੇ DSP ਲੱਗੇ ਹੋਣਗੇ, ਕਿਤੇ IG ਲੱਗੇ ਹੋਣਗੇ, ਕਿਤੇ ਵੱਡੇ ਅਫਸਰ ਲੱਗੇ ਹੋਣਗੇ, ਉੱਥੇ ਸਪੋਰਟਸ ਦਾ ਮਾਹੌਲ ਸਿਰਜਣਗੇ। ਕਿਉਂਕਿ ਪੁਰਾਣੀ ਪੀੜ੍ਹੀ ਨੇ ਨਵੀਂ ਪੀੜ੍ਹੀ ਨੂੰ ਮਸ਼ਾਲ ਦੇ ਕੇ ਸੇਧ ਦੇਣੀ ਆ। ਪਰ ਉਹ ਕਹਿੰਦੇ ਮੈਨੂੰ ਅਫਸੋਸ ਆ ਕਿ ਉਹ ਮੇਰੀ ਸੋਚ ਕਾਮਯਾਬ ਨਹੀਂ ਹੋਈ। ਤੇ ਇਹ ਕਿਤੇ ਨਾ ਕਿਤੇ ਨੌਕਰੀ ਵਾਲੀ ਤਾਂ ਗੱਲ ਹੈਗੀ ਆ। ਹੁਣ ਅੱਜ ਦੀ ਡੇਟ 'ਚ ਕੁਲਵਿੰਦਰ ਆਪਣਾ ਤਜਿੰਦਰ ਸੀਗਾ, ਉਹ ਹੁਣ ਸ਼ਾਇਦ DSP ਉਹਨੇ ਜੁਆਇਨ ਕੀਤਾ ਕਿ ਨਹੀਂ ਕੀਤਾ। ਆਪਣੇ ਹਾਕੀ ਵਾਲੇ ਸਾਰੇ ਮੁੰਡੇ, ਮਿੱਠਾਪੁਰ ਵਾਲੇ ਜਿਹੜੇ ਨੇ ਤਾਂ ਹਰਮਨਪ੍ਰੀਤ ਹੈ, ਉਹ DSP ਨੇ ਸਾਰੇ। ਹਾਂਜੀ। ਪਰ ਦੇਖੋ DSP ਤੁਸੀਂ ਸਿਰਫ ਏਸ਼ੀਅਨ ਗੇਮ ਤੇ ਕਾਮਨਵੈਲਥ ਵਾਲਿਆਂ ਨੂੰ ਦੇ ਰਹੇ ਆ, ਪਰ ਜਿਹੜੇ ਕਾਂਸਟੇਬਲ ਰੱਖ ਕੇ ਜਿਹੜਾ ਨੇ ਸਿਰਜਣਾ, ਉਹਨਾਂ ਨੂੰ ਥੋੜਾ ਪਾਣੀ ਤਾਂ ਉਹਨਾਂ ਨੂੰ ਬੂਟਿਆਂ ਨੂੰ ਵੀ ਚਾਹੀਦਾ ਨਾ। ਤੇ ਭੁੱਲਰ ਸਾਹਿਬ ਦੀ ਇਹ ਸਿਫਤ ਸੀ, ਉਹ ਤਾਂ ਇੰਟਰ ਕਾਲਜ ਦੇ ਤੋਂ ਯੂਨੀਵਰਸਿਟੀ ਮੀਟਾਂ ਦੇ ਉੱਤੋਂ ਬੱਚਿਆਂ ਨੂੰ ਲੈ ਜਾਂਦੇ ਸੀ। ਉਹ ਕਹਿੰਦੇ ਕਮ ਸੇ ਕਮ ਇਹ ਇੰਨੇ ਤਾਕਤਵਰ ਤਾਂ ਹੈ ਕਿ ਜੇ ਪ੍ਰਸ਼ਾਸਨ ਦੇ ਵਿੱਚ ਜਾ ਕੇ ਪੁਲਿਸ ਦੀ ਜੌਬ ਨੂੰ ਚੰਗੀ ਤਰ੍ਹਾਂ ਕਰ ਸਕਦੇ, ਕਿਉਂਕਿ ਕਿਤੇ ਭੱਜਣਾ ਪੈਂਦਾ ਆ, ਕਿਤੇ ਦੌੜਨਾ ਪੈਂਦਾ ਆ, ਡਿਸਿਪਲਿਨ 'ਚ ਰਹਿਣਾ। ਤਗੜੇ ਬੰਦੇ ਵੀ ਚਾਹੀਦੇ ਆ ਕਿ ਸਪੋਰਟਸਮੈਨ ਕਮ ਸੇ ਕਮ ਇੱਕ ਕਾਂਸਟੇਬਲ ਹੋਣ ਜੋਗਾ ਤਾਂ ਹੈਗਾ ਹੀ ਆ। ਉਸ ਤੋਂ ਬਾਅਦ ਜੇ ਉਹਦੇ 'ਚ ਹਿੰਮਤ ਹੋਊਗੀ ਤਾਂ ਉਹ DSP ਬਣ ਜਾਊਗਾ। ਹੁਣ ਸਾਡੇ ਸਾਹਮਣੇ ਕਈ ਕਾਂਸਟੇਬਲ ਹੋਏ ਸੀ ਜਿਨ੍ਹਾਂ ਨੇ ਚੰਗੀ ਆਪਣੀ ਪਰਫਾਰਮੈਂਸ ਰੱਖੀ, ਪਰਫਾਰਮੈਂਸ ਦਿੱਤੀ। ਉਹਨਾਂ ਨੇ ਸਮੁੰਦਰ ਆਏ ਤਾਂ ਸਮੁੰਦਰ ਦੇ ਵਿੱਚ ਜਿੱਥੇ ਮਰਜ਼ੀ ਜਾ ਕੇ, ਜਿੱਥੇ ਤੱਕ ਮਰਜ਼ੀ, ਜਿੰਨੀ ਮਰਜ਼ੀ ਗਹਿਰਾਈ 'ਚ ਚਲੇ ਜਾਓ। ਹੁਣ ਦੂਸਰੀ ਸਵਾਲ ਦਾ ਵੀ ਜਵਾਬ ਤੁਸੀਂ ਦੇ ਹੀ ਦਿਓ ਕਿ ਮਾਪਿਆਂ ਦੇ ਵੱਲੋਂ এনवायरमेंट ਨਹੀਂ ਦਿੱਤਾ ਜਾਂਦਾ, ਬੱਚਿਆਂ ਨੂੰ ਸਮਾਂ ਜਾਂ ਤਾਂ ਬਹੁਤ ਘੱਟ ਦਿੱਤਾ ਜਾਂਦਾ ਜਾਂ ਫਿਰ ਫਿਊਚਰ ਦੀ ਟੈਨਸ਼ਨ ਲੈਂਦਿਆਂ ਦਿੱਤਾ ਹੀ ਨਹੀਂ ਜਾਂਦਾ। ਸਾਡੇ ਆਪਾਂ ਇੰਡੀਆ ਦੇ ਵਿੱਚ ਤਾਂ ਇਹ ਪ੍ਰੋਬਲਮ ਹੈਗੀ। ਤੁਹਾਨੂੰ ਪਤਾ ਆ ਕਿ ਅਸੀਂ ਆਮ ਹੀ ਗੱਲਾਂ ਕਰਦੇ ਆ ਕਿ ਸਾਡੇ ਜਿਹੜੇ ਵਿਦੇਸ਼ 'ਚ ਜਾ ਚੁੱਕੇ ਪੰਜਾਬੀ ਵੀ ਆ, ਉਹ ਵੀ ਕਈ ਵਾਰੀ ਇਸੇ ਚੀਜ਼ਾਂ ਦੇ ਵਿੱਚ ਲੱਗੇ ਹੋਏ ਆ ਕਿ ਉਹਦੇ ਕੋਲ ਕਾਰ ਵੱਡੀ ਆ ਤੇ ਮੈਂ ਵੀ ਲੈਣੀ ਆ, ਉਹਦੇ ਕੋਲ ਵੱਡੀ ਕੋਠੀ ਆ ਤੇ ਮੈਂ ਵੀ ਲੈਣੀ ਆ। ਇਦਾਂ ਹੀ ਬੱਚਿਆਂ ਦੇ ਵਿੱਚ ਵੀ ਆ ਕਿ ਇੱਕ ਬੱਚੇ ਦਾ ਕੈਨੇਡਾ ਚਲ ਗਿਆ ਤੇ ਮੈਂ ਹੁਣ ਛੇਤੀ ਭੇਜਣਾ ਹੀ ਭੇਜਣਾ।
ਤੇ ਇਸੇ ਦੌੜ ਨੇ ਨਾ ਸਾਨੂੰ ਆਪਣੀ ਇਹ ਚੀਜ਼ਾਂ ਤੋਂ ਦੂਰ ਕਰ ਦਿੱਤਾ ਹੈ ਕਿ ਅਸੀਂ ਆਪਣਾ ਤਾਕਤ ਦੀ ਜਿਹੜੀ ਸਰਦਾਰਾਂ ਨੂੰ ਨਿਸ਼ਾਨੀ ਜਾਂ ਪੰਜਾਬੀਆਂ ਨੂੰ ਨਿਸ਼ਾਨੀ ਮੰਨਿਆ ਜਾਂਦਾ ਸੀਗਾ ਉਹ ਖਤਮ ਕਰ ਬੈਠੇ ਆ। ਸਾਨੂੰ ਤੇ ਦੌੜ ਸਿਰਫ ਤੇ ਸਿਰਫ ਪੈਸੇ ਤੱਕ ਦੀ ਰਹਿ ਗਈ ਆ। ਜੀ ਜੀ। ਤੇ ਜਿੱਦਣ ਅਸੀਂ ਆਪਣੇ ਆਪ ਦੀ ਹੋਂਦ ਲਈ ਲੜਾਂਗੇ ਉਦਣ ਅਸੀਂ ਵਧੀਆ ਕਰਾਂਗੇ। ਜੀ ਜੀ। ਤੇ ਹੋਂਦ ਲਈ ਲੜਨਾ ਬਹੁਤ ਜ਼ਰੂਰੀ ਆ। ਦੇਖੋ ਪੈਸਾ ਦੋ ਰੋਟੀਆਂ ਕਿਸੇ ਕੋ ਘੱਟ ਆ ਕਿਸੇ ਕੋ ਵੱਧ ਆ। ਸਾਡੇ ਗੁਰੂਆਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਸਾਡੀ ਹੋਂਦ ਲਈ ਦਿੱਤੀਆਂ। ਹੋਂਦ ਸਾਡੇ ਲਈ ਜ਼ਰੂਰ ਹੋਣੀ ਚਾਹੀਦੀ ਆ ਕਿ ਅਸੀਂ ਜੇ ਪੰਜਾਬੀ ਆ ਅਸੀਂ ਹਿੰਦੁਸਤਾਨੀ ਆ ਅਸੀਂ ਇਨਸਾਨ ਆ। ਇੱਕ ਇਨਸਾਨ ਦੇ ਤੌਰ ਦੇ ਉੱਤੇ ਕਿ ਅਸੀਂ ਆਪਣੇ ਇਸ ਏਰੀਏ ਨੂੰ ਤਗੜਾ ਰੱਖਣਾ ਆ ਵਧੀਆ ਰੱਖਣਾ ਆ। ਉਹ ਪਹਿਲੇ ਕਿਸੇ ਟਾਈਮ ਹੁੰਦਾ ਸੀ ਨਾ ਕੋਈ ਸਰਦਾਰ ਖੜਾ ਹੁੰਦਾ ਸੀ ਤੇ ਉਹਨੂੰ ਦੇਖ ਕੇ ਕੋਈ ਗਲਤ ਕੰਮ ਨਹੀਂ ਕਰਦਾ ਹੁੰਦਾ ਸੀਗਾ। ਉਹ ਇਸ ਚੀਜ਼ਾਂ ਦਾ ਜਜ਼ਬਾ ਮੈਂ ਪਹਿਲੇ ਹੀ ਕਿਹਾ ਉੱਥੇ ਕਹਾਣੀ ਮੁੱਕਦੀ ਆ ਕਿ ਜਿਹੜੀ ਦਾਦੀ ਦੀ ਕਹਾਣੀਆਂ ਮੁੱਕ ਗਈਆਂ ਤੇ ਸਾਡੇ ਮਾਪਿਆਂ ਨੇ ਉਸ ਚੀਜ਼ ਦੇ ਵਾਤਾਵਰਨ ਨਹੀਂ ਦੇ ਪਾਏ। ਮੈਂ ਤਾਂ ਅੱਜ ਦੀ ਡੇਟ 'ਚ ਮੈਂ ਕਹਿੰਦਾ ਹੁੰਦਾ ਕਿ ਜੇ ਕੋਈ ਵੀ ਗਲਤੀ ਆ ਕੋਈ ਵੀ ਅਸੀਂ ਨਹੀਂ ਤਰੱਕੀ ਕਰ ਰਹੇ ਜਾਂ ਉਸ ਮੰਜ਼ਿਲ ਤੇ ਨਹੀਂ ਪਹੁੰਚ ਰਹੇ ਤੇ ਉਹ ਸਾਡਾ ਕਸੂਰ ਆ ਨਾ ਕਿ ਬੱਚਿਆਂ ਦਾ। ਕਿਉਂਕਿ ਬੱਚੇ ਨੂੰ ਤਾਂ ਅਸੀਂ ਜਿੱਦਾਂ ਪਰਵਰਿਸ਼ ਦੇਵਾਂਗੇ ਉਹਨੇ ਤਾਂ ਉਸੇ ਤਰ੍ਹਾਂ ਬਣਨਾ ਹੈ। ਜੇ ਤੁਸੀਂ ਉਹਨਾਂ ਦੀ ਪਰਵਰਿਸ਼ ਸਿਰਫ ਇਹ ਚੀਜ਼ਾਂ ਤੇ ਕਰੋਗੇ ਕਿ ਸਾਡੇ ਕੋਲ ਇੱਕ ਦੂਸਰੇ ਤੋਂ ਕਾਰ ਵੱਡੀ ਹੋਣੀ ਚਾਹੀਦੀ ਆ ਸਾਡੇ ਕੋਲ ਇਹ ਚੀਜ਼ ਵੱਡੀ ਹੋਣੀ ਚਾਹੀਦੀ ਆ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਸਾਡਾ ਜੀਨਸ ਵਧੀਆ ਹੋਣਾ ਚਾਹੀਦਾ। ਤੁਸੀਂ ਕੋਠੀਆਂ ਕਾਰਾਂ ਦੇ ਜਾਓਗੇ ਇਹ ਉਹਨੂੰ ਸ਼ੂਗਰ BP ਜਾਂ ਹੋਰ ਬਿਮਾਰੀਆਂ ਹੋਣਗੀਆਂ ਤੇ ਕਿੱਥੋਂ ਤਰੱਕੀ ਕਰ ਜੂਗੇ। ਇੱਕ ਸਵਸਥ ਬੰਦਾ ਹੀ ਆਪਣੇ ਜੀਵਨ ਨੂੰ ਸਹੀ ਤਰ੍ਹਾਂ ਜੀਂਦਾ। ਸਾਡੇ ਗੁਰੂ ਸਾਹਿਬ ਵੀ ਕੁਸ਼ਤੀਆਂ ਕਰਾਉਂਦੇ ਰਹੇ ਆ। ਦੇਖੋ ਅਖਾੜੇ ਉਹਨਾਂ ਨੇ ਲਾਏ ਆ ਤੇ ਉਹ ਚੀਜ਼ਾਂ ਕੋਈ ਨਹੀਂ ਦੱਸਦਾ। ਉਹ ਦੱਸਦੇ ਹੀ ਨਹੀਂ ਗੇ ਬੱਚਿਆਂ ਨੂੰ। ਭਾਵੇਂ ਮੈਂ ਇੱਕ ਧਾਰਮਿਕ ਸੰਸਥਾਵਾਂ ਦੀ ਵੀ ਗੱਲ ਲੈ ਲਵਾਂ ਉਹ ਵੀ ਅੱਜ ਦੀ ਡੇਟ 'ਚ ਮੈਂ ਤਾਂ ਇੱਕ ਗੱਲ ਕਹਿਣਾ ਨਾ ਕਰਾਮਾਤਾਂ ਵੱਲ ਤੁਰਿਆ ਹੋਇਆ ਕਰਾਮਾਤਾਂ ਵੱਲ ਤੇ ਹਰੇਕ ਕਹਿੰਦਾ ਕਿ ਮੈਂ ਹਸਪੀਟਲ ਖੋਲ ਦੇਵਾਂ। ਮੈਨੂੰ ਕਿਸੇ ਧਾਰਮਿਕ ਸੰਸਥਾ ਨਾਲ ਏਦਾਂ ਹੀ ਗੱਲ ਚੱਲ ਰਹੀ ਸੀ ਤੇ ਉਹ ਕਹਿੰਦੇ ਕਿ ਅਸੀਂ ਹਸਪੀਟਲ ਖੋਲਣਾ ਜਾ ਰਹੇ ਹਾਂ ਹਨਾ। ਤੇ ਮੈਂ ਕਿਹਾ ਤੁਸੀਂ ਮੈਨੂੰ ਇਹ ਲੱਗਦਾ ਆ ਕਿ ਕੋਈ ਨਿਊਜ਼ ਹੋਵੇ ਨੈਗੇਟਿਵ ਅਸੀਂ ਉਹ ਦੇਖਣਾ ਪਸੰਦ ਕਰਦੇ ਹਾਂ ਹਨਾ। ਜੇ ਹਸਪੀਟਲ ਦੇ ਵਿੱਚ ਵੀ ਨੈਗੇਟਿਵਿਟੀ ਮੈਂ ਇਹ ਮੰਨਦਾ ਆ ਕਿ ਜਲੰਧਰ 'ਚ ਸਭ ਤੋਂ ਵੱਧ ਹਸਪੀਟਲ ਆ। ਇਹਦਾ ਮਤਲਬ ਏਸ਼ੀਆ ਤੋਂ ਸਭ ਤੋਂ ਵੱਧ ਹਸਪੀਟਲ ਆ। ਇਹ ਚੰਗੀ ਗੱਲ ਆ ਕਿ ਮਾੜੀ ਹੈ? ਇਹ ਮਾੜੀ ਗੱਲ ਹੀ ਆ ਕਿਉਂਕਿ ਅਸੀਂ ਬਿਮਾਰ ਆ ਇੱਥੇ ਸਭ ਤੋਂ ਵੱਧ। ਜਿਹੜੇ ਨਹੀਂ ਵੀ ਬਿਮਾਰ ਆ ਕਈ ਵਾਰੀ ਹਸਪੀਟਲ ਚਲਾਉਣ ਲਈ ਉਹਨਾਂ ਨੂੰ ਵੀ ਬਿਮਾਰ ਕਰ ਦਿੱਤਾ ਜਾਂਦਾ। ਤੇ ਮੈਂ ਕਿਹਾ ਤੁਸੀਂ ਇੱਕ ਪੋਜ਼ਿਟਿਵ ਚੀਜ਼ ਲਾਓ ਤਾਂ ਤੁਸੀਂ ਗਰਾਊਂਡ ਬਣਾਓ ਤਾਂ ਕਿ ਬਿਮਾਰ ਹੋਈਏ ਨਾ। ਚੰਗੀ ਗੱਲ ਹੈ ਹਨਾ। ਉਹੀ ਗੱਲ ਹੈ ਵੀ ਪੰਜਾਬ ਸਰਕਾਰ ਦੀ ਵੀ ਗੱਲ ਚਲੋ ਕਰ ਲਈਏ। ਜੇ ਉਹ ਸਿਹਤ ਪੱਖੋਂ ਖੋਲੀ ਜਾਂਦੇ ਨੇ ਕੋਈ ਮੁਹੱਲਾ ਕਲੀਨਿਕ ਖੋਲਤਾ ਕੋਈ ਕੁਛ ਕਰਾਉਂਦਾ ਤੁਸੀਂ ਸਵਸਥ ਸਮਾਜ ਲਈ ਕੁਛ ਨਹੀਂ ਕਰ ਰਹੇ। ਤੁਸੀਂ ਜੇ ਤੁਹਾਡੇ ਕੋਲ ਕੋਈ ਦਾਨ ਦੇਣ ਲਈ ਪੈਸੇ ਵੀ ਹੈਗੇ ਆ ਤੁਸੀਂ ਕਹਿ ਦਿੰਦੇ ਯਾਰ ਅਸੀਂ ਪਿੰਗਲਵਾੜੇ ਦੇ ਆਈਏ ਠੀਕ ਆ ਉੱਥੇ ਵੀ ਦਾਨ ਕਰਨਾ ਜ਼ਰੂਰੀ ਆ। ਪਰ ਕਈ ਇੱਦਾਂ ਦੇ ਅਨਾਥ ਆਸ਼ਰਮ ਆ ਜਾਂ ਦੂਜੇ ਬਿਰਧ ਆਸ਼ਰਮ ਆ ਜਾਂ ਕੁਛ ਆ ਉੱਥੇ ਸਰਪਲਸ ਚੀਜ਼ਾਂ ਜਾ ਰਹੀਆਂ ਸਰਪਲਸ ਉਹ ਵੇਚ ਰਹੇ ਆ ਹਨਾ। ਤੁਸੀਂ ਇਹ ਵੀ ਦੇਖੋ ਉੱਥੋਂ ਪ੍ਰੋਫਿਟ ਉਹਨਾਂ ਨੇ ਆਪਣੇ ਕੰਮ ਧੰਦਾ ਖੋਲ ਕੇ ਰੱਖ ਲਿਆ ਆ। ਤੇ ਤੁਸੀਂ ਕਿਉਂ ਨਹੀਂ ਕਦੀ ਆਪਣੇ ਇਹ ਸੋਚਦੇ ਕਿ ਆਹ ਬੱਚਾ ਟੈਲੈਂਟਡ ਆ ਇਹ ਵਧੀਆ IPS ਬਣ ਸਕਦਾ ਇਹਦੀ ਰੋਟੀ ਸਾਲ ਦੀ ਲਾ ਦਈਏ। ਇਹ ਬੱਚਾ ਐਥਲੀਟ ਬਣ ਸਕਦਾ ਇਹਦੀ ਰੋਟੀ ਲਾ ਦਈਏ। ਅਸੀਂ ਉਸ ਚੀਜ਼ ਵੱਲ ਅਸੀਂ ਤਾਂ ਲਕੀਰ ਦੇ ਫਕੀਰ ਆ। ਤੇ ਜੇ ਕਾਲੇ ਕੁੱਤੇ ਨੂੰ ਰੋਟੀ ਪਾਉਣੀ ਹੈ ਤੇ ਕਾਲੇ ਨੂੰ ਹੀ ਪਾਉਣੀ ਆ। ਹਾਂ ਦੂਜਾ ਭਾਵੇਂ ਮਰ ਜਾਵੇ ਤੁਹਾਡੇ ਬੰਦਾ ਮਰ ਜਾਵੇ ਤੁਹਾਡੇ ਸਾਹਮਣੇ ਪਰ ਕਾਲੇ ਕੁੱਤੇ ਨੂੰ ਇਹ ਚੀਜ਼ਾਂ ਜਿਹੜੀਆਂ ਸਾਨੂੰ ਬਹੁਤ ਪਿੱਛੇ ਲੈ ਕੇ ਜਾ ਰਹੀਆਂ। ਜਿੱਦਾਂ ਮੇਰਾ ਸਵਾਲ ਆਖਰੀ ਹੈ ਇਸ ਤੋਂ ਬਾਅਦ ਆਪਾਂ ਸਮਾਪਤੀ ਕਰਾਂਗੇ। ਸਵਾਲ ਇਹ ਸੀ ਪਹਿਲੇ ਨੰਬਰ ਤੇ USA ਰਿਹਾ ਦੂਜੇ ਤੇ ਚਾਈਨਾ ਰਿਹਾ ਓਲੰਪਿਕ ਦੇ ਵਿੱਚ। ਤੁਸੀਂ ਕੁਝ ਟੈਲੀ ਕੀਤਾ ਹੋਊਗਾ ਕੁਝ ਉਹਨਾਂ ਤੋਂ ਸੇਧ ਲਈ ਹੋਊਗੀ। ਕੁਝ ਮੋਟੇ ਅੰਸ਼ ਦੱਸ ਸਕਦੇ ਹੋ ਕਿ ਚਾਈਨਾ ਅੱਗੇ ਹੀ ਕਿਉਂ ਰਹਿੰਦਾ ਹੈ USA ਅੱਗੇ ਹੀ ਕਿਉਂ ਰਹਿੰਦਾ ਹੈ ਉੱਥੇ ਇਦਾਂ ਦਾ ਕੀ ਹੈ ਜਾਂ ਉਹ ਕਿਵੇਂ ਤਿਆਰ ਕਰਦੇ ਨੇ ਆਪਣੇ ਬੱਚਿਆਂ ਨੂੰ? ਉਹਨਾਂ ਨੇ ਦੇਖੋ ਕਿਸੇ ਟਾਈਮ ਚਾਈਨਾ ਤਾਂ ਬਹੁਤ ਥੱਲੇ ਸੀ USA ਤੋਂ ਕਾਫੀ ਦੇਰ ਤੋਂ ਅੱਗੇ ਚੱਲ ਰਿਹਾ ਹੈ। ਚਾਈਨਾ ਨੇ ਕੁਝ ਦੇਣ ਲਈ ਆਪਣਾ ਸਾਰਾ ਸਿਸਟਮ ਸਪੋਰਟਸ ਦੀ ਪਾਰਟਿਸਿਪੇਸ਼ਨ ਵੀ ਬੰਦ ਕਰਤੀ ਸੀ। ਉਹ ਪੂਰੀ ਤਿਆਰੀ ਕਰਕੇ ਉਹਨਾਂ ਨੇ ਇਨਫਰਾਸਟ੍ਰਕਚਰ ਤੇ ਆਪਣੇ ਜ਼ੋਰ ਦਿੱਤਾ। ਉਹਨਾਂ ਨੇ ਆਪਣੇ ਬੁੱਧੀਜੀਵੀਆਂ ਨੂੰ ਇਕੱਠੇ ਕੀਤਾ ਕਿ ਹਾਂ ਵੀ ਕਿੱਦਾਂ ਆਪਾਂ ਇਹਨੂੰ ਕਰ ਸਕਦੇ ਹਾਂ। ਉਹਨਾਂ ਨੇ ਉੱਤੇ ਕੰਮ ਕੀਤਾ। ਦੇਖੋ ਕੋਈ ਵੀ ਚੀਜ਼ ਆ ਇਹ ਉਦਾਹਰਨ ਆ ਸਭ ਤੋਂ ਵੱਡੀ ਕਿ ਜੇ ਚਾਈਨਾ ਥੱਲੇ ਉੱਤੇ ਆ ਸਕਦਾ ਬੰਦ ਕਰਕੇ ਦੁਬਾਰਾ ਸ਼ੁਰੂ ਕਰ ਬੰਦ ਕਰਕੇ ਜੇ ਥੱਲੇ ਉੱਤੇ ਆ ਸਕਦਾ ਤੇ ਕੌਣ ਥੱਲੇ ਉੱਤੇ ਅਸੀਂ ਨਹੀਂ ਜਾ ਸਕਦੇ। ਪਰ ਸਾਨੂੰ ਵੀ ਇਹ ਚੀਜ਼ਾਂ ਸਾਨੂੰ ਉਹਨਾਂ ਕੰਟਰੀਆਂ ਵੱਲ ਵੀ ਦੇਖਣਾ ਚਾਹੀਦਾ ਜਿਨ੍ਹਾਂ ਕੋਲ ਪੈਸਾ ਹੈ ਨਹੀਂ ਭੁੱਖ ਮਰੀਆਂ ਉਹ ਵੀ ਮੈਡਲ ਜਿੱਤ ਰਹੀਆਂ। ਆਪਾਂ ਦੇਖ ਹੀ ਰਹੇ ਹਾਂ ਇੰਡੀਆ ਤੋਂ ਉੱਤੇ ਬਹੁਤ ਸਾਰੇ ਦੇਸ਼ ਨੇ ਜਿਹੜੇ ਮਤਲਬ ਜਿੱਥੇ ਭੁੱਖ ਮਰੀ ਸਾਡੇ ਤੋਂ ਵੀ ਅਫਰੀਕਾ ਦੇ ਉਹ ਦੇਸ਼ ਜਿੱਥੇ ਤਾਂ ਲੋਕਾਂ ਨੂੰ ਰੋਟੀ ਨਹੀਂ ਨਸੀਬ ਹੁੰਦੀ। ਮੈਂ ਕਿ ਕੱਲਾ ਪੈਸਾ ਹੀ ਨਹੀਂ ਇਹਦੇ ਲਈ ਹੁੰਦਾ ਜ਼ਰੂਰੀ ਕਿ ਪੈਸੇ ਨਾਲ ਹੀ ਸਭ ਕੁਝ ਹੁੰਦਾ। ਕੁਝ ਤੁਹਾਨੂੰ ਆਪਣੇ ਬੱਚਿਆਂ ਦੇ ਵਿੱਚ ਭਰਨਾ ਵੀ ਪੈਂਦਾ ਆ। ਕੁਝ ਉੱਥੇ ਸਿਸਟਮ ਦਾ ਮਾਹੌਲ ਵੀ ਬਣਾਉਣਾ ਪੈਂਦਾ ਆ।
ਤੇ ਜੇ ਆਪਾਂ ਸਿਰਫ ਖੇਡਾਂ ਪੈਸੇ ਖਾਣ ਲਈ ਕਰਾਉਣੀਆਂ ਆ ਜਾਂ ਕਿਸੇ ਖੇਡਾਂ ਹੁੰਦੀਆਂ ਕੋਈ ਉਹਨੂੰ ਦੇਖੇ ਵੀ ਨਾ। ਮੈਂ ਤਾਂ ਬੜੀ ਵਾਰੀ ਦੇਖਿਆ ਕਿ ਤੁਸੀਂ ਗੈਸਟ ਬੁਲਾ ਲੈਂਦੇ ਆ, ਗੈਸਟ ਸੋਫਿਆਂ ਤੇ ਬੈਠਾ, ਉਧਰ ਰੇਸ ਚੱਲ ਰਹੀ ਆ ਤੇ ਰੇਸ ਕੋਈ ਦੇਖ ਨਹੀਂ ਰਿਹਾ ਤੇ ਉਹ ਆਪਸ ਚ ਗੱਲਾਂ ਕਰ ਰਹੇ ਆ ਜਾਂ ਉਹਨੂੰ ਹਾਰ ਪਾ ਰਹੇ ਆ ਜਾਂ ਉਹਦੀ ਆਓ ਭਗਤ ਦੇ ਵਿੱਚ ਲੱਗੇ ਆ। ਤੇ ਨਿਊਜ਼ਪੇਪਰਾਂ ਦੇ ਵਿੱਚ ਵੀ ਜਿਹੜੀ ਫੋਟੋ ਲੱਗਦੀ ਆ ਉਹ ਓਪਨਿੰਗ ਦੀ ਲੱਗ ਜਾਂਦੀ, ਕਲੋਜ਼ਿੰਗ ਦੀ ਲੱਗ ਜਾਂਦੀ। ਖੇਡਾਂ ਵਾਲੇ ਬੱਚਿਆਂ ਦੀ ਕਿੰਨੀਆਂ ਕੁ ਫੋਟੋਆਂ ਲੱਗਦੀਆਂ। ਸਹੀ ਗੱਲ ਹੈ, ਇਹ ਬਹੁਤ ਕੰਮ ਦੀ ਗੱਲ ਹਾਂ। ਇਹ ਸਕੂਲਾਂ ਦੇ ਵਿੱਚ ਤੁਸੀਂ ਖੇਡਾਂ ਕਰਾਉਣੀਆਂ ਆ, ਫੋਟੋ ਉੱਤੇ ਹੋਰ ਕਿਸੇ ਦੀ ਲੱਗੀ ਆ ਜਿਹਨੇ ਕਦੀ ਖੇਡ ਖੇਡੀ ਵੀ ਨਹੀਂ, ਹਨਾ। ਉਹਨੂੰ ਤੁਸੀਂ ਕਹਿੰਦੇ ਜੀ ਨਸ਼ੇ ਛੱਡੋ, ਖੇਡਾਂ ਵੱਲ ਆਓ, ਤੇ ਉਹ ਤਾਂ ਤੁਸੀਂ ਲਾਉਂਗੇ ਕਿ ਪੀਟੀ ਊਸ਼ਾ ਦੀ ਫੋਟੋ ਲਾਉਂਗੇ, ਬਹਾਦਰ ਸਿੰਘ ਦੀ ਲਾਉਂਗੇ, ਕਿਸੇ ਦੀ ਖੇਡ ਵਾਲੇ ਦੀ ਲਾਉਂਗੇ ਜਿਹੜੇ ਹਾਕੀ 'ਚ ਜਿੱਤ ਕੇ ਆਏ। ਲੋਕਾਂ ਨੂੰ ਮੋਟੀਵੇਸ਼ਨ ਕਿਉਂਕਿ ਐਕਸ਼ਨ ਦੇ ਨਾਲ ਨਾ ਐਕਸ਼ਨ। ਅਸੀਂ ਫੁੱਟਬਾਲ ਨੂੰ ਕੋਈ ਕਿੱਕ ਮਾਰਿਆ, ਉਹ ਭਾਵੇਂ USA ਦਾ ਬੰਦਾ ਆ ਜਾਂ ਕਿਸੇ ਫਰਾਂਸ ਦਾ ਬੰਦਾ, ਉਹ ਸਾਨੂੰ ਪ੍ਰੇਰਿਤ ਕਰਦਾ। ਸਹੀ ਗੱਲ ਹੈ। ਉਹ ਪ੍ਰੇਰਨਾ ਹੈ ਨਹੀਂ ਸਾਡੇ ਵਿੱਚ। ਪ੍ਰੇਰਨਾ ਬੱਚਿਆਂ 'ਚ ਭਰ ਦਿੱਤੀ ਜਾਵੇ ਤਾਂ ਕੋਈ ਵੱਡੀ ਗੱਲ ਹੀ ਨਹੀਂ। ਸਿਸਟਮ ਆ ਨਾ ਕਿ ਜਿੱਦਾਂ ਹੁਣ USA ਜਾਂ ਚਾਈਨਾ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਬਚਪਨ ਤੋਂ ਹੀ ਬੱਚਿਆਂ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੰਦੇ ਨੇ, ਫੇਰ ਜਾ ਕੇ ਮੈਡਲ ਆਉਂਦੇ ਨੇ। ਇਹ ਵੀ ਮਾੜੀ ਮੋਟੀ ਗੱਲ ਨਹੀਂ। ਪਹਿਲੇ ਹੀ ਕਿਹਾ ਮੈਂ ਤਾਂ ਬੱਸ ਵਾਲੀ ਗੱਲ ਕਹੀ ਨਾ, ਇੱਥੋਂ ਬੱਸ ਤੁਰਦੀ ਆ ਤੇ ਬੱਸ ਜੇ ਥਾਂ ਦੇ ਵਿੱਚ ਉਹਨੂੰ ਜ਼ਰੂਰਤਾਂ ਉਹਦੀਆਂ ਪੂਰੀਆਂ ਨਹੀਂ ਹੁੰਦੀਆਂ, ਕਿਤੇ ਪੈਟਰੋਲ ਨਾ ਮਿਲੇ, ਕਿਤੇ ਮੁਗਲੈਲ ਨਾ ਮਿਲੇ, ਕਿਤੇ ਉਹਦੇ ਟਾਇਰ 'ਚ ਹਵਾ ਨਾ ਭਰੀ ਜਾਵੇ। ਇਹ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੈ। ਇਹਨਾਂ 'ਚੋਂ ਇੱਕ ਵੀ ਚੀਜ਼ ਜਦੋਂ ਮਿਸ ਕਰਦੀ ਆ ਤੇ ਤੁਸੀਂ ਓਲੰਪਿਕ ਵਰਗੇ ਕੰਪੀਟੀਸ਼ਨਾਂ ਨੂੰ ਜਿੱਤ ਨਹੀਂ ਸਕਦੇ। ਜੇ ਹਵਾ ਘਟ ਗਈ, ਜੇ ਪੈਂਚਰ ਹੋ ਗਿਆ, ਜੇ ਟਾਇਰ ਮਾੜੇ ਆ ਜਾਂ ਉਹਦਾ ਮੁਗਲੈਲ ਮਾੜਾ ਜਾਂ ਪੈਟਰੋਲ ਮਾੜਾ ਆ ਜਾਂ ਸੜਕ ਮਾੜੀ ਆ, ਸਾਨੂੰ ਤਾਂ ਇਹੋ ਜਿਹੇ ਬੱਚਿਆਂ ਲਈ ਇੱਕ ਵੇ ਬਣਾਉਣਾ ਪਏਗਾ ਕਿ ਉਹ ਵੇ ਦੇ ਵਿੱਚ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ। ਇਹਦੇ ਲਈ ਇੱਕ ਟੀਮ ਨੂੰ ਕੰਮ ਕਰਨਾ ਪਏਗਾ। ਆਖਰੀ ਸਵਾਲ, ਇਹਨਾਂ ਚੀਜ਼ਾਂ ਤੇ ਇਨਵੈਸਟ ਕਰਨ ਤੋਂ ਕਿਉਂ ਕਤਰਾਉਂਦੀਆਂ ਨੇ ਸਰਕਾਰਾਂ? ਜ਼ਰਾ ਇੱਥੇ ਚਾਨਣਾ ਪਾ ਦਿਓ ਅੰਤ 'ਚ। ਇਨਵੈਸਟ ਤਾਂ ਮੈਨੂੰ ਲੱਗਦਾ ਪੈਸੇ ਦੀ ਕੋਈ ਕਮੀ ਨਹੀਂ ਇਸ ਦੇਸ਼ ਦੇ ਵਿੱਚ, ਪਰ ਹੋ ਨਹੀਂ ਰਿਹਾ ਨਾ ਇਨਵੈਸਟ। ਫਿਰ ਗੱਲ ਤਾਂ ਉੱਥੇ ਆ ਗਈ ਜੇ ਤਾਂ ਇਨਫਰਾਸਟ੍ਰਕਚਰ ਉੱਥੇ ਤੱਕ ਜਾਣ ਲਈ। ਅਸੀਂ ਛੋਟੇ ਹੁੰਦੇ ਪੜ੍ਹਦੇ ਸੀ ਨਾ, ਭਾਰਤ ਇੱਕ ਅਮੀਰ ਦੇਸ਼ ਹੈ ਪਰ ਇਸ ਦੇ ਲੋਕ ਗਰੀਬ ਨੇ। ਇਹ ਸੱਚ। ਇਹਦੇ ਵਿੱਚ ਟੈਲੈਂਟ ਆ, ਸਭ ਕੁਝ ਆ, ਪਰ ਉਹ ਪਹੁੰਚ ਨਹੀਂ ਪਾ ਰਿਹਾ। ਸੋਚ ਹੈ ਨਹੀਂ ਉਹ। ਪੈਸਾ ਵੀ ਉਹਨਾਂ ਲਗਾਇਆ ਜਾ ਰਿਹਾ। ਮੈਨੂੰ ਲੱਗਦਾ ਕਿ ਪੈਸਾ ਸਹੀ ਤਰੀਕੇ ਦੇ ਨਾਲ ਸਿਹਤ ਵੱਲ ਨਹੀਂ ਲੱਗ ਰਿਹਾ। ਸਿਹਤ ਵੱਲ ਨਹੀਂ ਲੱਗ ਰਿਹਾ। ਕਿਤੇ ਨਾ ਕਿਤੇ ਪ੍ਰੋਬਲਮਸ ਆ ਰਹੀਆਂ ਆ ਤੇ ਆਪਸੀ ਰੰਜਿਸ਼, ਆਪਸੀ ਇਹ ਚੀਜ਼ਾਂ ਬਹੁਤ ਜ਼ਿਆਦਾ ਹਾਵੀ ਆ ਸਾਡੇ ਦੇਸ਼ ਦੇ ਵਿੱਚ। ਇਹਨਾਂ ਚੋਂ ਨਿਕਲਣਾ ਪਊਗਾ, ਇਕਜੁੱਟ ਹੋ ਕੇ ਕੰਮ ਕਰਨਾ ਪਊਗਾ। ਕੁਛ ਵਧੀਆ ਸਾਈਨ ਆ ਜਿਹੜੇ ਘੱਟ ਮੈਡਲ ਵੀ ਜਿੱਤੇ ਆ, ਜਿਹੜਾ ਉਹ ਕਮ ਸੇ ਕਮ ਇਹ ਸਾਈਨ ਤਾਂ ਦੇ ਰਿਹਾ ਕਿ ਸਾਡੇ ਵਿੱਚ ਕੁਝ ਹੈਗਾ ਆ। ਨਹੀਂ, ਸਾਡੇ 'ਚ ਹੈਗਾ ਆ ਕੁਝ, ਪਰ ਅਸੀਂ ਹੀਰੇ ਸਮਝ ਲਓ ਸਾਡੇ ਕੋਲ ਅੱਜ 10 ਹੀਰੇ ਨਿਕਲੇ ਆ। ਇਹਦਾ ਮਤਲਬ ਹੀਰਿਆਂ ਦੀ ਧਰਤੀ ਆ ਜੀ। ਤੇ ਇਹਦੇ ਵਿੱਚੋਂ ਜ਼ਿਆਦਾ ਵੀ ਨਿਕਲਣਗੇ, ਪਰ ਅਸੀਂ ਹੀਰਿਆਂ ਤੱਕ ਪਹੁੰਚ ਹੀ ਨਹੀਂ ਪਾ ਰਹੇ। ਅੰਤ ਦੇ ਵਿੱਚ ਅਰਸ਼ਦ ਨਦੀਮ ਬਾਰੇ ਕੀ ਕਹੋਗੇ? ਕਹਿੰਦੇ ਨੇ ਨਾ ਕੋਚ ਨਾ ਸਰਕਾਰ ਵੱਲੋਂ ਕੋਈ ਮਦਦ, ਤੇ ਆਪਣੇ ਹੀ ਘਰ ਆਪਣੇ ਕਦੀ ਕਿਸੇ ਤਰੀਕੇ ਨਾਲ ਪ੍ਰੈਕਟਿਸ ਕਰ ਲਈ। ਕਿ ਉਹਦਾ ਇਹ ਵੀ ਕਹਿਣਾ ਸੀ ਜਦੋਂ ਗਰਾਊਂਡ 'ਚੋਂ ਸਾਰੇ ਚਲੇ ਜਾਂਦੇ ਸੀ ਫੇਰ ਮੈਨੂੰ ਗਰਾਊਂਡ ਵਿਹਲੀ ਮਿਲਦੀ ਸੀ। ਏਦਾਂ ਦੀ ਜ਼ਿੰਦਗੀ 'ਚ ਸੰਘਰਸ਼ ਕਰਕੇ ਬਿਨਾਂ ਕਿਸੇ ਦੀ ਮਦਦ ਦੇ ਅੱਗੇ ਆ ਜਾਣਾ ਤੇ ਗੋਲਡ ਮੈਡਲ ਜਿੱਤ ਲੈਣਾ, ਉਹ ਵੀ ਪਾਕਿਸਤਾਨ ਦੇ ਇਤਿਹਾਸ 'ਚ ਇੰਨੇ ਸਾਲ ਬਾਅਦ। ਉਹਨਾਂ ਲਈ ਚੰਦ ਸ਼ਬਦ ਜ਼ਰੂਰ। ਉਹ ਕਈ ਹੁੰਦੇ ਆ, ਉਹਨਾਂ ਨੂੰ ਬੀਜਾਂ ਨੂੰ ਪਾ ਕੇ ਉਗਾਉਣਾ ਪੈਂਦਾ ਆ, ਤੇ ਕਈ ਬੀਜ ਹੁੰਦੇ ਜੰਗਲਾਂ 'ਚ ਆਪੇ ਉੱਗ ਜਾਂਦੇ ਆ। ਕੁਦਰਤ ਧਰਤੀ ਪਾੜ ਕੇ ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਤੇ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਤੇ ਮੈਨੂੰ ਤਾਂ ਇਹ ਡਰ ਆ ਕਿਤੇ ਅਰਸ਼ਦ ਨਦੀਮ ਵਾਲਾ ਵੇਟ ਹੁਣ ਸਾਨੂੰ ਦਿਖਾ ਕੇ ਕਹਿਣ ਤੁਸੀਂ ਕਿ ਸਹੂਲਤਾਂ ਮੰਗਦੇ ਆ, ਜੇ ਨਦੀਮ ਲੈ ਆਇਆ ਤਾਂ ਬਾਕੀ ਵੀ ਲੈ ਆਉਣਗੇ, ਹਨਾ। ਕਿਤੇ ਸਾਰੀਆਂ ਸਹੂਲਤਾਂ ਖੋਲਣਗੇ ਕਿ ਤੁਸੀਂ ਵੀ ਇੱਟਾਂ ਲਾ ਕੇ ਉਹੀ ਵੇਟ ਕਰੋ ਜਿਹੜਾ ਨਦੀਮ ਕਰ ਰਿਹਾ ਆ। ਠੀਕ ਆ, ਇਹ ਕੁਦਰਤ ਆ, ਨੇਚਰ ਆ। ਨੇਚਰ ਕਈ ਵਾਰੀ ਇਦਾਂ ਦੀ ਚੀਜ਼ਾਂ ਬੰਦੇ ਨੂੰ ਦੇ ਜਾਂਦੀ ਆ ਜਿਹਦੀ ਕੋਈ ਵੀ ਥੋੜ ਪੂਰੀ ਨਹੀਂ ਕਰ ਸਕਦੇ। ਹੋ ਸਕਦਾ ਕਿ ਉਹ ਕਿਸੇ ਚੰਗੇ ਕੰਟਰੀ 'ਚ ਹੁੰਦਾ ਤੇ ਉਹ 106 ਮੀਟਰ ਵਿੱਚ ਜੈਵਲਿਨ ਮਾਰਦਾ, ਠੀਕ ਆ, 108 ਮਾਰਦਾ। ਤੁਸੀਂ ਅੱਜ ਵੀ ਜੇ ਉਹਦੇ ਸਟਾਈਲ ਨੂੰ ਦੇਖ ਲਓ, ਉਹਦਾ ਸਟਾਈਲ ਕੋਈ ਇੰਨਾ ਜ਼ਿਆਦਾ ਪਰਫੈਕਟ ਨਹੀਂ ਹੈ, ਕੋਈ ਪਰਫੈਕਟ ਨਹੀਂਗਾ ਸਟਾਈਲ। ਤੇ ਇਹ ਤਾਂ ਹੈਗਾ, ਪਰ ਉਹ ਟੈਲੈਂਟ ਰੱਬ ਨੇ ਉਹਨੂੰ ਦਿੱਤਾ, ਜਾਂ ਰੱਬ ਕੀ ਚੰਗਾ ਚਾਹੁੰਦਾ ਸੀਗਾ ਕਿ ਇਹਨਾਂ ਦੀ ਵਧੀਆ ਦੋਸਤੀ ਹੋਈ, ਵਧੀਆ ਅੱਜ ਬੜੀ ਦੇਰ ਬਾਅਦ ਵਧੀਆ ਗੱਲਾਂ ਹਿੰਦੁਸਤਾਨ ਪਾਕਿਸਤਾਨ ਦੀਆਂ ਕੁਝ ਵਧੀਆ ਉਧਰੋਂ ਵੀ ਵਿਚਾਰ ਆਉਣ ਲੱਗੇ, ਬੁੱਧੀਜੀਵੀਆਂ ਦੇ ਇਧਰੋਂ ਵੀ ਆਉਣ ਲੱਗੇ। ਤੇ ਆ ਆਪਣੇ ਦਿਮਾਗ ਦਾ ਕੁਝ ਉਹ ਜਿਹੜਾ ਪ੍ਰੈਸ਼ਰ ਆ ਉਹ ਘਟਿਆ, ਨਫ਼ਰਤ ਘਟੀ ਆ। ਤੇ ਸਪੋਰਟਸ ਦੇ ਵਿੱਚ ਮੈਂ ਚਾਹੁੰਦਾ ਹਾਂ ਕਿ ਇਦਾਂ ਹੀ ਜਿੱਥੇ ਹਿੰਦੁਸਤਾਨ ਤਰੱਕੀ ਕਰੇ, ਸਾਡਾ ਸਾਰਾ ਸਾਊਥ ਏਸ਼ੀਆ ਤਰੱਕੀ ਕਰੇ। ਤੇ ਮੈਨੂੰ ਤਾਂ ਵਧੀਆ ਲੱਗਦਾ ਜੇ ਪੂਰੇ ਸਾਊਥ ਏਸ਼ੀਆ ਦੇ ਵਿੱਚੋਂ ਕਿਸੇ ਦੇ ਵੀ ਮੈਡਲ ਆਉਂਦੇ, ਉਹਦੇ ਨਾਲ ਇੱਕ ਪ੍ਰੇਰਨਾ ਵੀ ਮਿਲਦੀ ਹੈ ਤੇ ਇੱਕ ਵਿਸ਼ਵਾਸ ਵੀ ਪੈਦਾ ਹੁੰਦਾ ਕਿ ਇਹ ਸਾਡੀ ਧਰਤੀ ਵਧੀਆ। ਮੈਂ ਪਹਿਲੇ ਵੀ ਕਿਹਾ ਕਿ ਦੋਨਾਂ ਮਾਵਾਂ ਨੇ ਜੋ ਸੰਦੇਸ਼ ਦਿੱਤਾ ਆ, ਅਸੀਂ ਟੀਵੀ ਚੈਨਲਾਂ ਤੇ ਰੋਜ਼ ਇੰਨੀਆਂ ਬਹਿਸਾਂ ਦੇਖਦੇ ਹਾਂ ਜਾਤਾਂ ਪਾਤਾਂ ਨੂੰ ਲੈ ਕੇ, ਆਪਣੀਆਂ ਕਾਸਟਾਂ ਨੂੰ ਲੈ ਕੇ। ਇਹ ਦੋਨਾਂ ਨੇ ਏਡੇ ਸੋਹਣੇ, ਉਹਨਾਂ ਨੇ ਕਿਹਾ ਉਹ ਮੇਰਾ ਬੇਟਾ ਆ, ਉਹਨਾਂ ਨੇ ਕਿਹਾ ਉਹ ਮੇਰਾ ਬੇਟਾ। ਦੋਨਾਂ ਨੇ ਇਦਾਂ ਫੀਲ ਹੀ ਨਹੀਂ ਹੋਣ ਦਿੱਤਾ
ਕਿ 골ਡ ਤੇ ਸਿਲਵਰ ਕਿਸੇ ਅਲੱਗ ਕੰਟਰੀਆਂ ਨੂੰ ਗਏ, ਉਹ ਵੀ ਜਿਨ੍ਹਾਂ ਨੂੰ ਦੁਸ਼ਮਣ ਕੰਟਰੀਆਂ ਮੰਨਿਆ ਜਾਂਦਾ ਆ। ਇਹੀ ਖੇਡ ਦਾ ਚਮਤਕਾਰ ਆ, ਇਹ ਉਹਨਾਂ ਮਾਵਾਂ ਦਾ ਚਮਤਕਾਰ ਆ, ਇਹ ਉਹਨਾਂ ਬੰਦਿਆਂ ਦਾ ਚਮਤਕਾਰ ਆ। ਤੇ ਮੈਂ ਬੈਸਟ ਵਿਸ਼ੇਸ ਦਿੰਦਾ ਆ, ਕਿਉਂਕਿ ਪਹਿਲੇ ਤਾਂ ਮੈਂ ਇਹੀ ਚਾਹਾਂਗਾ ਕਿ ਸਾਡੇ ਦੇਸ਼ ਕੋ ਮੈਡਲ ਆਵੇ, ਤੇ ਬਾਕੀ ਟੈਲੈਂਟ ਜਿਹਦੇ ਕੋ ਵੀ ਹੈਗਾ ਆ, ਰੱਬ ਜਿਹੜਾ ਮਿਹਨਤ ਕਰਦਾ ਹਰ ਦੇ ਮਿਹਨਤ ਨੂੰ ਫਲ ਆਵੇ ਰੱਬ। ਤੇ ਖਾਸ ਕਰਕੇ ਸਾਡੇ ਵਰਗੇ ਜਿਹੜੇ ਕੰਟਰੀ ਘੱਟ ਮੈਡਲ ਆ, ਕਿਤੇ ਇਹਨਾਂ ਦਾ ਵੀ ਟਾਈਮ ਆਵੇ, ਅਸੀਂ ਚੰਗਾ ਕਰੀਏ। ਇਹ ਸੁਪਨਾ ਆ ਸਾਡਾ, ਜਿਹੜਾ ਸੁਪਨਾ ਅਸੀਂ ਸੋਚਦੇ ਹਾਂ ਕਿ ਸੱਚ ਹੋਵੇਗਾ, ਜਲਦੀ ਉਹ ਦਿਨ ਚੰਗੇ ਆਉਣਗੇ ਜੀ। ਸੋ ਕੋਚ ਸਾਹਿਬ ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ ਸਾਡੇ ਨਾਲ ਸਰਬਜੀਤ ਸਿੰਘ ਹੈਪੀ ਹੋਣੀ। ਕੋਚ ਸਾਹਿਬ ਇਸ ਸਮੇਂ ਪ੍ਰੈਕਟਿਸ ਦੇ ਵਿੱਚ ਵੈਸੇ ਰੁੱਝੇ ਹੋਏ ਸੀ, ਇਹਨਾਂ ਤੋਂ ਸਮੇਂ ਦੇ ਵਿੱਚੋਂ ਸਮਾਂ ਲੈ ਕੇ ਆਪਾਂ ਗੱਲਬਾਤ ਕੀਤੀ ਹੈ, ਤੇ ਵਿਚਾਰ ਰਾਏ ਟਿੱਪਣੀਆਂ ਆਪਣੀਆਂ ਜ਼ਰੂਰ ਸਾਂਝੀਆਂ ਕਰੋ। ਜੇਕਰ ਕੋਈ ਗੱਲ ਚੰਗੀ ਲੱਗਦੀ ਹੈ ਜਾਂ ਕੋਈ ਗੱਲ ਚੰਗੀ ਨਹੀਂ ਲੱਗਦੀ ਤਾਂ ਉਸ ਨੂੰ ਸੱਭਿਅਕ ਭਾਸ਼ਾ ਦੇ ਵਿੱਚ ਤੁਸੀਂ ਦਰਜ ਕਰਾ ਸਕਦੇ ਹੋ। ਤੇ ਬਾਕੀ ਗੱਲਬਾਤ ਇਸੇ ਤਰ੍ਹਾਂ ਅਸੀਂ ਅੱਗੇ ਹੋਰ ਲੈ ਕੇ ਆਉਂਦੇ ਰਹਾਂਗੇ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।